लोग कहते कि सुखबीर सिंह नूं तां इह है भी भगवंत मान एक बारी सरकार डिगे तो शायद साडा सूत लग जूगा। बिल्कुल ये मतलब घटिया पद्धर की सियासत जिहड़ी हैगी है ना वो करन दे विच तां इन्हां ने कोई एक वार इन्हां ने हर वार हुण जेकर एक इखलाकी तौर पर एक वेखो एक पार्लीमेंटेरीअन असीं चुनते हैं, MP चुनते हैं, MLA चुनते हैं, कोई मंत्री बनता है, सब तो वड्डी गल तां इह हुंदी है कि वो इन्ने लोकां दी एक तस्वीर है। सब तो पहली गल उहदे विच की दिसनी चाहिदी है इखलाक जी। सब तो पहला तो यही दसना चाहिए ना, नहीं तो सधारण इंसान दे विच भी इखलाक हुंदा है। और ये रंग बदलन लग्या, ये अपना बयान बदलन लग्या, अपनी टपूसी मार लग्या, ये 2 मिनट नहीं लाउंदे। सो सब तो पहला तो इन्हां नूं इस गल दे उत्ते सोच लेना चाहिए कि जिन्नी देर तक तुसीं ये जिहड़ा गुण है ਜਿਹੜਾ ਇਹ ਤੁਸੀਂ ਬਸਤੇ 'ਚ ਪਾ ਕੇ ਰੱਖੀ ਬੈਠੇ ਹੋ ਪਿਛਲੇ ਸਮੇਂ ਦੇ ਵਿੱਚ ਚੱਲ ਗਿਆ, ਕਿਤੇ ਕੋਈ ਵੇਲਾ ਸੀਗਾ ਚੱਲੀ ਗਿਆ, ਪਰ ਹੁਣ ਨਹੀਂ ਚੱਲਣਾ। ਹੁਣ ਲੋਕ ਤੁਹਾਡੇ ਵਿੱਚੋਂ ਅਖਲਾਕ ਭਾਲਦੇ ਨੇ। ਮਤ ਸਮਝੋ ਤੁਹਾਡਾ ਤੁਸੀਂ ਝੰਡੇ ਵਿਖਾਤੇ, ਤੁਸੀਂ ਰੰਗ ਵਿਖਾਤੇ, ਤੁਸੀਂ ਧਰਮ ਵਿਖਾਤੇ, ਤੁਸੀਂ ਜਾਤ ਵਿਖਾਤੀ, ਲੋਕਾਂ ਨੇ ਵੇਖ ਲਈ ਜਿੰਨਾ ਚਿਰ ਵੇਖਣੀ ਸੀ। ਪਰ ਹੁਣ ਜੇ ਵਿਖਾਉਣਾ ਚਾਹੁੰਦੇ ਹੋ ਤਾਂ ਆਪਣਾ ਅਖਲਾਕ ਵਿਖਾਓ। ਕਿੱਡੀਆਂ ਵੱਡੀਆਂ ਤਸਵੀਰਾਂ ਨੇ ਇਹਨਾਂ ਚੀਜ਼ਾਂ ਦੀਆਂ ਕਿ 3 ਕਾਨੂੰਨ ਜਿਹੜੇ ਹੈ ਉਹ ਇਹਨਾਂ ਸਾਰਿਆਂ ਦੀ ਹਾਜ਼ਰੀ 'ਚ ਪਾਸ ਹੁੰਦੇ ਨੇ ਜੀ, ਠੀਕ ਹੈ ਨਾ। ਔਰ ਉਸ ਤੋਂ ਬਾਅਦ ਜਦੋਂ ਲੋਕ ਜਾ ਕੇ ਉੱਥੇ ਪੰਜਾਬ ਉੱਥੇ ਉਮੜ ਕੇ ਬੈਠ ਜਾਂਦਾ ਉਹਨਾਂ ਦੇ ਅਗੇਂਸਟ, ਤੇ ਫਿਰ ਇਹ ਉਹਨਾਂ ਦੇ ਅਗੇਂਸਟ ਬੋਲਣਾ ਸ਼ੁਰੂ ਕਰ ਦਿੰਦੇ ਨੇ, ਫਿਰ ਅਸਤੀਫੇ ਦਿੰਦੇ ਨੇ, ਫਿਰ ਉਹ ਮਤਲਬ ਉਹ ਜਿਹੜਾ ਚੋਲੀ ਦਾਮਨ ਦਾ ਸਾਥ ਸੀਗਾ ਉਹ ਵੀ ਛੱਡਦੇ ਨੇ, ਠੀਕ ਹੈ। ਹੁਣ ਉਹਦੇ ਪਿੱਛੇ ਕੀ ਹਾਲਾਤ ਰਹੇ ਹੋਣਗੇ ਉਹ ਗੱਲਾਂ ਵੱਖਰੀਆਂ ਨੇ, ਪਰ ਲੋਕ ਇਹਨਾਂ ਗੱਲਾਂ ਨੂੰ ਸਮਝ ਰਹੇ ਆ। ਗੁਰਬਾਣੀ ਅਖੰਡ ਬਾਣੀ ਚੈਨਲ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਸ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਇਸ ਸਮੇਂ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਸਿਆਸਤ ਦੇ ਗਰਮਾਉਣ ਦਾ ਮੁੱਖ ਕਾਰਨ ਇਹ ਰਿਹਾ ਹੈ ਕਿ ਕੇਂਦਰ ਸਰਕਾਰ ਜਾਂ ਆਪਾਂ ਕਹਿ ਲਈਏ ਨਰਿੰਦਰ ਮੋਦੀ ਜੀ ਉਹ ਇੱਕ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ। ਨਵੇਂ ਕਾਨੂੰਨ ਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ, ਜਿਹਨੂੰ ਨਾਂ ਦਿੱਤਾ ਜਾ ਰਿਹਾ ਹੈ ਵਨ ਨੇਸ਼ਨ ਵਨ ਇਲੈਕਸ਼ਨ, ਜਾਂ ਆਪਾਂ ਕਹਿ ਲਈਏ ਇੱਕ ਦੇਸ਼ ਇੱਕ ਵੋਟ। ਤੇ ਇਹਨੂੰ ਲੈ ਕੇ ਕਾਫੀ ਜਿਹੜੀ ਚਰਚਾ ਆ ਉਹ ਛਿੜੀ ਹੋਈ ਆ, ਹਰ ਪਾਸੇ ਗੱਲ ਇਹਦੇ ਉੱਤੇ ਕੀਤੀ ਜਾ ਰਹੀ ਹੈ। ਤੇ ਦੂਜਾ ਸਿਆਸਤ ਦੇ ਗਰਮਾਉਣ ਦਾ ਕਾਰਨ ਸੀਗਾ ਕਿ ਜਿਹੜਾ ਵੱਡਾ ਇੱਕ ਗੱਠਜੋੜ ਹੋਇਆ, ਜਿਹੜਾ ਇੱਕ ਨਵਾਂ ਫਰੰਟ ਬਣਿਆ ਜਿਹਨੂੰ ਇੰਡੀਆ ਨਾਂ ਦਿੱਤਾ ਗਿਆ, ਉਸ ਨੂੰ ਲੈ ਕੇ ਵੀ ਕਾਫੀ ਸਿਆਸਤ ਗਰਮ ਆ, ਕਾਫੀ ਚਰਚਾ ਆ। ਕਿਉਂਕਿ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਇਲੈਕਸ਼ਨ ਹੋਣਗੇ, ਜਿਹੜੇ ਲੋਕ ਸਭਾ ਇਲੈਕਸ਼ਨ ਹੋਣਗੇ, ਉਹਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਦੋਵੇਂ ਇਕੱਠੇ ਇਲੈਕਸ਼ਨ ਲੜਨਗੇ। ਇਹ ਨਹੀਂ ਕਿ ਇਕੱਲੇ ਇਲੈਕਸ਼ਨ ਲੜਨਗੇ, ਜਿਹੜੀਆਂ ਰੈਲੀਆਂ ਵਗੈਰਾ ਹੋਣਗੀਆਂ ਉਹ ਵੀ ਇਕੱਠੀਆਂ ਹੋਣਗੀਆਂ। ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਡਾਕਟਰ ਹਰਵਿੰਦਰ ਸਿੰਘ ਜੀਰਾ ਜੀ ਨੇ। ਇਹ ਬੜੀ ਆਪਦੀ ਮਜ਼ਬੂਤ ਪਕੜ ਰੱਖਦੇ ਨੇ ਜਦੋਂ ਸਿਆਸਤ ਦੀ ਕੋਈ ਗੱਲ ਚੱਲਦੀ ਹੈ, ਜਾਂ ਅਜਿਹੇ ਜਿਹੜੇ NDA ਬਣਿਆ ਜਾਂ ਇੰਡੀਆ ਬਣਿਆ ਜਾਂ ਅਜਿਹੇ ਗੱਠਜੋੜ ਹੁੰਦੇ ਨੇ, ਉਹਨਾਂ ਦੇ ਉੱਤੇ ਬੜੇ ਬੇਬਾਕੀ ਦੇ ਨਾਲ, ਬੜੀ ਸੂਝ-ਬੂਝ ਦੇ ਨਾਲ ਆਪਣੀ ਗੱਲਬਾਤ ਇਹ ਰੱਖਦੇ ਨੇ। ਇਹਨਾਂ ਦੇ ਕੋਲ ਪਹੁੰਚੇ ਹਾਂ, ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ, ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਹੀ ਇੱਥੋਂ ਕਰਦੇ ਹਾਂ ਜੀ, ਇੱਕ ਦੇਸ਼ ਇੱਕ ਵੋਟ। ਬਿਲਕੁਲ। ਇਹਦਾ ਪੰਜਾਬ ਨੂੰ ਜਾਂ ਹੋਰ ਸੂਬਿਆਂ ਨੂੰ ਕੀ ਨੁਕਸਾਨ ਹੋਣ ਵਾਲਾ ਤੇ ਕੀ ਫਾਇਦਾ ਹੋਣ ਵਾਲਾ? ਇਹਦਾ ਜਸਵੀਰ ਜੀ ਦੇਖੋ, ਹਰੇਕ ਕੰਮ ਦੇ ਪਿੱਛੇ ਨਾ ਜਿਹੜੀ ਭਾਵਨਾ ਹੈ ਤੁਹਾਡੀ ਜੀ, ਨਤੀਜਾ ਉਹਨੇ ਦੇਣਾ ਹੈ। ਦੇਖੋ, ਜਿੱਥੋਂ ਤੱਕ ਤਾਂ ਇਸ ਗੱਲ ਦਾ ਸਵਾਲ ਹੈਗਾ ਕਿ ਇੱਕ ਨੇਸ਼ਨ ਇੱਕ ਇਲੈਕਸ਼ਨ ਹੋ ਜਾਵੇ ਜੀ, ਤੇ ਇਹਦੇ ਤੇ ਇਸੇ ਕਰਕੇ ਰਲਮਾ ਮਿਲਮਾ ਰਿਸਪੌਂਸ ਸਾਰੇ ਅਲੱਗ-ਅਲੱਗ ਸੰਗਠਨਾਂ ਵੱਲੋਂ, ਰਾਜਨੀਤਿਕ ਪਾਰਟੀਆਂ ਵੱਲੋਂ ਤੇ ਆਮ ਲੋਕਾਂ ਵੱਲੋਂ, ਸੂਝਵਾਨ ਲੋਕਾਂ ਵੱਲੋਂ ਰਲਮਾ ਮਿਲਮਾ ਰਿਸਪੌਂਸ ਆ ਰਿਹਾ। ਉਹਦੇ ਪਿੱਛੇ ਕਾਰਨ ਕੀ ਹੈ ਜੀ? ਕਾਰਨ ਇਹ ਹੈ, ਦੇਖੋ, ਜੇ ਤਾਂ ਇਹਦੇ ਪਿੱਛੇ ਭਾਵਨਾ ਜਿਹੜੀ ਹੈ ਤੁਹਾਡੀ, ਜੇ ਤਾਂ ਭਾਵਨਾ ਦਰੁਸਤ ਹੈ ਜੀ, ਤਾਂ ਅਜਿਹੇ ਸਟੈਪ ਜਿਹੜੇ ਹੈਗੇ ਆ ਇਹ ਐਡਮਿਨਿਸਟ੍ਰੇਟਿਵ ਮੇਜਰਸ ਦੇ ਤੌਰ ਤੇ ਕਿ ਸਾਡੇ ਪ੍ਰਬੰਧਕੀ ਹੈ, ਤਾਂ ਇਲੈਕਸ਼ਨ ਪ੍ਰੋਸੈਸ ਜਿਹੜਾ ਹੈਗਾ ਸਾਡਾ ਇੱਕ ਪ੍ਰਬੰਧਕੀ ਸਿਸਟਮ ਹੀ ਹੈ ਨਾ ਜੀ। ਜੇ ਤਾਂ ਉਹਨੂੰ ਆਜ਼ਾਦਾਨਾ ਤੌਰ ਤੇ ਇਲੈਕਸ਼ਨ ਕਮਿਸ਼ਨ ਦੇ ਰਾਹੀਂ, ਔਰ ਅਸੀਂ ਉੱਥੇ ਮਤਲਬ ਪਾਰਲੀਮੈਂਟ ਦੇ ਵਿੱਚ ਉਹਨੂੰ ਜਿਹੜਾ ਹੈਗਾ ਇਹਨਾਂ ਚੀਜ਼ਾਂ ਨੂੰ ਮਨਜ਼ੂਰੀ ਦਿੰਦੇ ਹਾਂ, ਔਰ ਉਸ ਤੋਂ ਬਾਅਦ ਆਜ਼ਾਦਾਨਾ ਤੌਰ ਤੇ ਉਹ ਮਤਲਬ ਜਿਹੜਾ ਹੈਗਾ ਕਿਸੇ ਵੀ ਸਟੇਟ ਦੇ ਉੱਤੇ ਇਸ ਗੱਲ ਦੀ ਬਣਾ ਕੇ, ਇਸ ਗੱਲ ਦਾ ਬਹਾਨਾ ਬਣਾ ਕੇ
ਤੇ ਉਹਦੇ ਉੱਤੇ ਕੋਈ ਮਤਲਬ ਵਾਰ ਨਾ ਹੋਵੇ, ਠੀਕ ਹੈ ਨਾ, ਉਹਦੀ ਉੱਥੇ ਚੁਣੀਆਂ ਹੋਈਆਂ ਸਰਕਾਰਾਂ ਦੇ ਉੱਤੇ ਕੋਈ ਮਤਲਬ ਜਿਹੜਾ ਹੈਗਾ ਇੱਕ ਉਹਨਾਂ ਨੂੰ ਕਾਬੂ ਕਰਨ ਦਾ ਜ਼ਰੀਆ ਨਾ ਬਣੇ, ਤਾਂ ਕੋਈ ਹਰਜ ਨਹੀਂ ਇਸ ਗੱਲ ਦੇ ਉੱਤੇ। ਪਰ ਜਿਸ ਤਰੀਕੇ ਦੇ ਨਾਲ ਜਿੰਨਾ ਵੱਡਾ ਇਹ ਪ੍ਰੋਸੈਸ ਹੈ, ਜਿਸ ਤਰੀਕੇ ਨਾਲ ਇਹਨੇ ਅਮਲ ਦੇ ਵਿੱਚ ਆਉਣਾ ਸੀ, ਉਸ ਦੇ ਉੱਤੇ ਸਭ ਤੋਂ ਪਹਿਲੀ ਗੱਲ ਜਿਹੜੀ ਹੁਣ ਸਪਸ਼ਟ ਹੋ ਰਹੀ ਹੈ ਕਿ ਮੌਜੂਦਾ ਸਰਕਾਰ ਜਿਹੜੀ ਸੈਂਟਰ ਦੀ ਜਿਹੜੀ ਇਹਨੂੰ ਹੁਣ ਲੈ ਕੇ ਆ ਰਹੀ ਹੈ, ਇਸ ਸਟੇਜ ਦੇ ਉੱਤੇ ਲੈ ਕੇ ਆਉਣਾ ਹੀ ਬਹੁਤ ਕੁਝ ਕਲੀਅਰ ਕਰ ਰਿਹਾ ਹੈ। ਕਿਵੇਂ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਇੱਕ ਬੜਾ ਲੰਬਾ ਤੇ ਲੈਂਥੀ ਪ੍ਰੋਸੈਸ ਹੈ ਜਿਹੜਾ ਕੋਈ ਵੀ ਸਰਕਾਰ ਜੇ ਇਹਦੇ ਤੇ ਸਿੰਸੀਅਰਲੀ ਤੇ ਸੀਰੀਅਸਲੀ ਇਹਨੂੰ ਕਰਨਾ ਚਾਹੁੰਦੀ ਸੀ, ਜੇ ਕਿਸੇ ਨੂੰ ਵਾਕਿਆ ਹੀ ਇਸ ਗੱਲ ਦਾ ਫਿਕਰ ਹੈ ਕਿ ਵਾਰ-ਵਾਰ ਇਲੈਕਸ਼ਨਸ ਹੁੰਦੀਆਂ ਨੇ, ਵਾਰ-ਵਾਰ ਇਲੈਕਸ਼ਨ ਦੇ ਮੋਡ ਦੇ ਵਿੱਚ ਚਲੇ ਜਾਂਦੇ ਆ, ਇੱਕ ਇਲੈਕਸ਼ਨ ਦਾ ਆਏ ਨਤੀਜੇ ਜਿਹੜੇ ਆ ਦੂਜੀ ਥਾਂ ਨੂੰ ਪ੍ਰਭਾਵਿਤ ਕਰ ਦਿੰਦੇ ਆ, ਇਹੋ ਜਿਹੀਆਂ ਕਈ ਗੱਲਾਂ ਹੈਗੀਆਂ ਨੇ। ਪਰ ਗੱਲ ਤਾਂ ਇਹ ਹੈ ਕਿ ਜੇਕਰ ਇਹ ਚੀਜ਼ ਮੌਜੂਦਾ ਭਾਜਪਾ ਸਰਕਾਰ ਦੀ, ਜੇ ਆਪਾਂ ਗੱਲ ਕਰੀਏ ਨਰਿੰਦਰ ਮੋਦੀ ਜੀ ਦੀ ਸਰਕਾਰ ਸਾਡੀ ਜਿਹੜੀ ਹੈਗੀ ਆ ਹੁਣ ਚੱਲ ਰਹੀ ਹੈ, ਇਹਦੀ ਗੱਲ ਕਰੀਏ ਤਾਂ ਇਹਨਾਂ ਕੋਲੇ 10 ਸਾਲ ਦਾ ਸਮਾਂ ਸੀ, 9 ਸਾਲ ਪੂਰੇ ਹੋ ਗਏ, 9.5 ਹੀ ਹੋ ਚੱਲੇ ਹੁਣ ਤਾਂ ਪਤਾ ਨਹੀਂ, ਹੁਣ ਤਾਂ ਇਹ ਵੀ ਗੱਲ ਚੱਲ ਰਹੀ ਹੈ ਕਿ ਪਤਾ ਨਹੀਂ 10 ਦਿਨਾਂ 'ਚ ਕਿ 20 ਦਿਨਾਂ 'ਚ ਵੀ ਇਲੈਕਸ਼ਨ ਨਾ ਅਨਾਊਂਸ ਹੋ ਜਾਵੇ। ਸੋ ਸਭ ਤੋਂ ਪਹਿਲੀ ਗੱਲ ਤਾਂ ਇੱਥੇ ਸਪਸ਼ਟ ਹੋ ਜਾਂਦੀ ਹੈ ਕਿ ਜੇਕਰ ਇਸ ਸਟੇਜ ਤੇ ਆ ਕੇ ਇਸ ਗੱਲ ਨੂੰ ਵਿਸ਼ਾ ਬਣਾਇਆ ਗਿਆ ਤਾਂ ਇਹ ਨਿਰੋਲ ਪੋਲੀਟੀਕਲ ਮੋਟਿਵ ਹੈ, ਕੋਈ ਇਹ ਐਡਮਿਨਿਸਟ੍ਰੇਟਿਵ ਮੇਜਰ ਨਹੀਂ ਹੈਗਾ, ਕੋਈ ਇਹਦੇ ਵਿੱਚ ਇਹਦੇ ਪਿੱਛੇ ਕੋਈ ਭਾਵਨਾ ਨਹੀਂ ਹੈਗੀ, ਔਰ ਇਹ ਜਿਹੜਾ ਹੈਗਾ ਪੋਲੀਟੀਕਲ ਗੇਨਸ ਦੇ ਵਾਸਤੇ ਮਸਲੇ ਉਠਾਏ ਜਾਂਦੇ ਨੇ ਤਾਂ ਕਿ ਮਤਲਬ ਸਾਡੇ ਵਿਰੋਧੀਆਂ ਦੀ ਬਣ ਰਹੀ ਕੋਈ ਤਸਵੀਰ ਨਾ ਉੱਭਰ ਆਵੇ, ਸਾਡੇ ਵਿਰੁੱਧ ਹੋ ਰਹੀਆਂ ਉੱਠ ਰਹੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਕਿਸੇ ਤਰੀਕੇ ਨਾਲ, ਜਿਵੇਂ ਹੁਣ ਤਾਂ ਤਕਰੀਬਨ ਸਾਡੇ ਮੁਲਕ ਦਾ ਹਰੇਕ ਬੰਦਾ ਜਾਣਦਾ ਹੈ, ਪਹਿਲਾਂ ਥੋੜਾ ਜਿਹਾ ਹੁੰਦਾ ਸੀ ਕਿ ਸਿਆਸਤ ਜਿਹੜੀ ਹੈ ਨਾ ਇਦਾਂ ਦੇ ਸ਼ਗੂਫੇ ਛੱਡ ਜਾਂਦੀ ਸੀ, ਪਰ ਇੱਕ ਗੱਲ ਇਹ ਵੀ ਹੈਗੀ ਹੈ ਕਿ ਅਜੇ ਵੀ ਸਿਆਸਤ ਆਪਣੇ ਰੌ ਦੇ ਵਿੱਚ ਉਸੇ ਤਰੀਕੇ ਨਾਲ 14 ਦੀ ਇਲੈਕਸ਼ਨ ਤੋਂ ਬਾਅਦ 19 ਦੀ ਇਲੈਕਸ਼ਨ ਦਾ ਜਿਹੜਾ ਆਉਂਦਾ ਟਾਈਮ, ਉੱਥੇ ਦੇਖਿਆ ਹੀ ਅਸੀਂ ਕੀ ਕੁਛ ਹੁੰਦਾ ਹੈ, ਪੁਲਵਾਮਾ ਵਰਗੇ ਮਤਲਬ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਕਿਤੇ ਨਾ ਕਿਤੇ ਆਮ ਇਨਸਾਨ ਨੂੰ ਅੰਦਰੋਂ ਟੁੰਬ ਜਾਂਦੀਆਂ ਨੇ, ਔਰ ਉਹਦੇ ਜਿਹੜੇ ਮਤਲਬ ਜਿਹੜੇ ਜੋ ਨੇ, ਦੇਖੋ ਸਿਆਸਤ ਨੇ ਦੇਣਾ ਹੁੰਦਾ ਆਮ ਇਨਸਾਨ ਨੂੰ ਉਹਦੇ ਜੀਵਨ ਦੇ ਵਿੱਚ ਸਕੂਨ, ਸਿਆਸਤ ਦਾ ਮਤਲਬ ਤਾਂ ਇਹ ਹੈ ਨਾ, ਤੇ ਉਹ ਜਿਹੜਾ ਜੀਵਨ ਦੇ ਵਿੱਚ ਸਕੂਨ ਜਿਹੜਾ ਉਹਨੂੰ ਦੇਣਾ ਸੀ, ਉਹ ਜਿਹੜਾ ਸਕੂਨ ਨਹੀਂ ਵੀ ਮਿਲਦਾ, ਉਹ ਮਹਿੰਗੇ ਸਿਲੰਡਰ ਵੀ ਲਈ ਜਾਂਦਾ ਹੈ, ਉਹ ਮਤਲਬ ਪੈਟਰੋਲ ਪੰਪਾਂ ਤੇ ਸ਼ੈੱਲ ਵੀ ਲਵਾਈ ਜਾਂਦਾ, ਉਹ ਬੇਰੁਜ਼ਗਾਰ ਵੀ ਹੈਗਾ, ਉਹਦੇ ਆਪਣੇ ਗਲੀ ਗੁਆਂਢ ਦੇ ਮਤਲਬ ਲਾ ਐਂਡ ਆਰਡਰ ਦੀ ਹਾਲਾਤ ਜਿਹੜੇ ਆ ਉਹ ਵੀ ਠੀਕ ਨਹੀਂ, ਦਮਨਕਾਰੀ ਗਤੀਵਿਧੀਆਂ ਵੀ ਉਹ ਝੱਲੀ ਜਾਂਦਾ ਹੈ, ਪਰ ਕਿਤੇ ਨਾ ਕਿਤੇ ਲਿਆ ਕੇ ਇਹੋ ਜਿਹਾ ਮੁੱਦਾ ਭਾਰ ਦਿੱਤਾ ਜਾਂਦਾ ਹੈ ਜਿਹੜਾ ਦਿਲ ਤੇ ਲੱਗ ਜਾਂਦਾ ਹੈ, ਚਾਹੇ ਉਹ ਨੇਸ਼ਨ ਦੇ ਪ੍ਰਤੀ ਹੋਵੇ, ਚਾਹੇ ਉਹ ਧਰਮ ਦੇ ਪ੍ਰਤੀ ਹੋਵੇ, ਚਾਹੇ ਉਹ ਜਾਤ ਦੇ ਪ੍ਰਤੀ ਹੋਵੇ, ਤਾਂ ਇਨਸਾਨ ਦੀ ਇਹ ਕਮਜ਼ੋਰੀ ਹੈ। ਇਨਸਾਨ ਨੂੰ ਜਦੋਂ ਅਜਿਹਾ ਮੁੱਦਾ ਕੋਈ, ਔਰ ਉਹਦੇ ਵਿੱਚ ਉਹਨੂੰ ਮਤਲਬ ਜਿਹੜਾ ਹੈਗਾ ਇੱਕੇ ਦਮ ਉਹਦੇ ਸਾਹਮਣੇ ਇੱਕ ਮਸਲਾ ਉੱਠ ਜਾਂਦਾ ਹੈ, ਔਰ ਉਹਦੇ ਵਿੱਚ ਉਹਨੂੰ ਇੱਧਰ ਜਾਂ ਉੱਧਰ ਦਾ ਫੈਸਲਾ ਲੈਣਾ ਪੈਂਦਾ। ਸੋ ਇਹ ਜਿਹੜੇ ਹੈਗੇ ਨੇ, ਇਹ ਸਿਆਸਤ ਅੱਜ ਵੀ ਉਸੇ ਰੌ ਦੇ ਵਿੱਚ ਲੈ ਰਹੀ ਹੈ। ਬੇਸ਼ੱਕ ਆਮ ਲੋਕਾਂ ਦੀ ਚੇਤਨਾ ਉੱਭਰੀ ਹੈ, ਆਮ ਲੋਕ ਇਸ ਗੱਲ ਨੂੰ ਸਮਝਣ ਲੱਗ ਗਏ ਕਿ ਸਿਆਸਤ ਕਿਸ ਤਰ੍ਹਾਂ ਦੇ ਪੈਂਤੜੇ ਖੇਡਦੀ ਹੈ, ਪਰ ਨਾਲ ਇਹ ਹੈ ਕਿ ਸਿਆਸਤ ਹੋਰ ਜ਼ਿਆਦਾ ਨੀਵੇਂ ਪੱਧਰਾਂ ਤੇ ਤੁਰੀ ਜਾ ਰਹੀ ਹੈ। ਨੀਵੇਂ ਪੱਧਰ ਤੇ ਜਾਣ ਦਾ ਭਾਵ ਮਤਲਬ ਕੀ ਹੈ ਕਿ ਆਮ ਲੋਕਾਂ ਨੂੰ ਜੇਕਰ ਇਸ ਗੱਲ ਦੀ ਸਮਝ ਪੈਂਦੀ ਹੈ ਤਾਂ ਉਹ ਉਸ ਤੋਂ ਹੋਰ ਕੰਪਲੀਕੇਟਡ ਮਤਲਬ ਜਿਹੜੇ ਹੈ ਨਾ ਲੈ ਕੇ ਸ਼ਗੂਫੇ ਆਪਦੇ ਇਸ ਤਰ੍ਹਾਂ ਦੇ ਆਉਂਦੀ ਹੈ ਕਿ ਲੋਕਾਂ ਨੂੰ ਫਿਰ ਲੱਗਣ ਲੱਗ ਜਾਂਦਾ। ਪਰ ਉਮੀਦ ਕਰਨੀ ਚਾਹੀਦੀ ਹੈ ਕਿ ਅਜਿਹਾ ਜਿਹੜੇ ਜਿਸ ਸਟੇਜ ਤੇ ਆਇਆ ਇਹ ਮਸਲਾ, ਜੇ ਆਪਾਂ ਇਹਦੇ ਤੇ ਗੱਲ ਰੱਖੀਏ, ਇਹ ਨਾ ਹੀ ਤਾਂ ਕੁਝ ਹੋਣ ਵਾਲਾ, ਇਸ ਸਟੇਜ ਦੇ ਉੱਤੇ ਅਜਿਹਾ ਕੁਝ ਨਹੀਂ ਹੋ ਸਕਦਾ। ਔਰ ਜਿਹੜੀ ਇਹਦੇ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਉਸ ਕਮੇਟੀ ਨੂੰ ਜਦੋਂ ਕੋਈ ਸੂਝਵਾਨ ਇਨਸਾਨ ਜਿਹੜਾ ਹੈਗਾ ਉਹ ਦੇਖ ਲੈਂਦਾ ਉਹਦੇ ਢਾਂਚੇ ਨੂੰ, ਉਹਦੇ ਵਿੱਚ ਕਿਸ ਤਰ੍ਹਾਂ ਦਾ ਮਤਲਬ ਉਹਦਾ ਗਠਨ ਕੀਤਾ ਗਿਆ, ਉੱਥੋਂ ਵੀ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਹ ਮਸਲਾ ਜਿਹੜਾ ਹੈਗਾ ਇਹ ਸਿਰਫ ਇੱਕ ਚੁਣਾਵੀ ਮੌਸਮ ਦੇ ਵਿੱਚ ਕੋਈ ਇੱਕ ਵੱਖਰੀ ਗੱਲ ਤੋਰਨ ਵਾਸਤੇ ਲੈ ਕੇ ਆਂਦਾ ਗਿਆ, ਇਹਦਾ ਕੋਈ ਸੰਬੰਧ ਨਹੀਂ। ਔਰ ਮੈਨੂੰ ਤਾਂ ਕਾਫੀ ਹੱਦ ਤੱਕ ਉਮੀਦ ਹੈ ਕਿ ਇਹਨੇ ਕਿਤੇ ਗਾਂਹ ਵੀ ਨਹੀਂ ਵਧਣਾ, ਜੋ ਮੈਨੂੰ ਲੱਗਦਾ ਹੈ। ਜਿਵੇਂ ਤੁਸੀਂ ਕਿਹਾ ਇੱਕ ਨਵੀਂ ਗੱਲ ਤੋਰਨ ਲਈ, ਲੱਗਦਾ ਵੀ ਇਹ ਗੱਲ ਤੋਰਨ ਲਈ ਵੀ ਜੇ ਅਸੀਂ ਤਾਂ ਦੇਸ਼ ਦਾ ਇੰਨਾ ਪੈਸਾ ਬਚਾਉਣਾ ਚਾਹੁੰਦੇ ਸੀ, ਬਿਲਕੁਲ ਇਹੀ ਗੱਲ ਕਹਿਣਾ ਚਾਹੁੰਦੇ, ਇਹੀ ਭਾਵਨਾ ਨਾ, ਇਹੀ ਹੁੰਦਾ ਨਾ ਨਵਾਂ ਮਤਲਬ ਸ਼ਗੂਫਾ। ਜਿਵੇਂ ਹੁਣ ਉਹ 15 ਲੱਖ ਵਾਲੀਆਂ ਗੱਲਾਂ ਸੀ ਉਸ ਕਿਸੇ ਵੇਲੇ, ਹੁਣ ਉਹ ਬਲੈਕ ਮਨੀ ਜਿਹੜਾ ਸੀਗਾ ਉਹ ਮਤਲਬ ਜਦੋਂ ਆਮ ਲੋਕਾਂ ਦੀ ਜ਼ਿੰਦਗੀ ਜਿਹੜੀ ਸੀ ਉਹ ਦੁਸ਼ਵਾਰੀਆਂ ਦੇ ਵਿੱਚ ਜਾਈ ਜਾ ਰਹੀ ਸੀ,
ਲੰਬੇ ਸਮੇਂ ਤੋਂ। ਹਾਲਾਂਕਿ ਬੇਸ਼ੱਕ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਟਾਈਮ ਦੇ ਵਿੱਚ ਬੇਸ਼ੱਕ ਜੇ ਇੱਕ ਐਨਾਲਿਸਿਸ ਇਸ ਤਰ੍ਹਾਂ ਦਾ ਵੀ ਕੁਝ ਲੋਕ ਜਿਹੜੇ ਮਤਲਬ ਇਸ ਕੈਪੀਟਲਿਜ਼ਮ ਦੇ ਹੱਕ 'ਚ ਨੇ ਜਾਂ ਕੁਝ ਉੱਦਾਂ ਦੇ ਫੈਸਲਿਆਂ ਦੇ ਹੱਕ 'ਚ ਹੁੰਦੇ ਨੇ, ਹੁਣ ਉਹ ਫੈਸਲੇ ਵੀ ਕੁਛ ਨਾ ਕੁਛ ਚੰਗੇ ਰਿਜ਼ਲਟ ਵੀ ਦੇ ਦਿੰਦੇ ਆ, ਤਾਂ ਉਸ ਵੇਲੇ ਉਹ ਬੜਾ ਵਧਾ ਚੜਾ ਕੇ ਦੱਸਦੇ ਸੀ। ਪਰ ਦੂਸਰੇ ਪਾਸੇ ਸਿਆਸਤ ਜਿਹੜੀ ਸੀ ਉਹ ਕੋਈ ਘੁੰਡੀ ਫੜਨਾ ਚਾਹੁੰਦੀ ਸੀ, ਉਹ ਘੁੰਡੀ ਫੜੀ ਬਲੈਕ ਮਨੀ, ਜਿਹੜਾ ਮਤਲਬ ਸਵਿਸ ਬੈਂਕਾਂ ਦੇ ਖਾਤੇ ਔਰ ਉਹਦੇ ਵਿੱਚ ਇੰਨਾ ਧਨ, ਹੁਣ ਉਹ ਕਿੱਧਰ ਗਿਆ, ਕਿਉਂ ਨਹੀਂ ਆਇਆ ਵਾਪਸ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਮਤਲਬ ਹੈ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਰਾਜਨੀਤਿਕ ਮਤਲਬ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਤੁਹਾਡੀ ਆਪਣੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਜਿਹੜੀਆਂ ਉਹਨਾਂ ਨੂੰ ਤੁਸੀਂ ਭੁੱਲ ਜਾਵੋ ਔਰ ਤੁਸੀਂ ਨਿਰਣਾ ਇਸ ਗੱਲ ਤੇ ਲਓ ਕਿ ਆਹ ਮੁੱਦਾ ਜਿਹੜਾ ਸਾਡੇ ਸਾਹਮਣੇ ਆਇਆ ਇਹਦੇ 'ਚ ਮੈਨੂੰ ਇਹ ਕਿਹਦੇ ਹੱਕ 'ਚ ਖੜਨਾ ਚਾਹੀਦਾ। ਤੁਸੀਂ ਸਭ ਕੁਝ ਪਿਛਲਾ ਭੁੱਲ ਗਏ, 200 ਰੁਪਈਆ ਸਿਲੰਡਰ ਸਸਤਾ ਹੋ ਗਿਆ, ਤੁਹਾਨੂੰ ਐ 400 ਵਧੇ ਦਾ ਨਹੀਂ ਤੁਹਾਨੂੰ ਯਾਦ ਰਹਿਣਾ, ਪਰ 200 ਸਸਤਾ ਕੀਤਾ ਯਾਦ ਰਹਿਣਾ। ਸੋ ਸਿਆਸਤ ਇਹ ਖੇਡਾਂ ਖੇਡ ਰਹੀ ਹੈ, ਪਰ ਚੰਗੀ ਗੱਲ ਇਹ ਹੈ ਕਿ ਮੇਰੇ ਮੁਲਕ ਦਾ ਜਿਹੜਾ ਸੂਝਵਾਨ ਵੋਟਰ ਹੈ ਜਿਹੜਾ ਉਹ ਵੀ ਇਸ ਗੱਲ ਨੂੰ ਸਮਝ ਰਿਹਾ ਔਰ ਕਿਤੇ ਨਾ ਕਿਤੇ ਉੱਤਰੀ ਭਾਰਤ ਦੇ ਵਿੱਚ ਔਰ ਖਾਸ ਤੌਰ ਤੇ ਪੰਜਾਬੀਆਂ ਦੇ ਵਿੱਚ ਜਿਹੜੀ ਚੇਤਨਾ ਹੈ ਨਾ ਉਹ ਉੱਭਰੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮਤਲਬ ਜਿਹੜਾ ਆਪਾਂ ਨੂੰ ਦੂਸਰੀਆਂ ਸਟੇਟਾਂ ਦੀ ਇੰਨੀ ਖਬਰ ਨਹੀਂ ਤੇ ਉਹਨਾਂ ਦੇ ਹਾਲਾਤ ਉਹ ਜਾਣਨ, ਪਰ ਇੱਥੇ ਜਿਹੜੀ ਹੈ ਨਾ ਇਸ ਖਿੱਤੇ ਦੇ ਵਿੱਚ ਜਿਹੜੀ ਆਮ ਨਾਗਰਿਕ ਦੀ ਚੇਤਨਾ ਹੈ ਉਹ ਉੱਭਰੀ ਹੈ। ਆਮ ਨਾਗਰਿਕ ਛੇਤੀ ਕੀਤਿਆਂ ਮਤਲਬ ਇਹ ਜਿਹੜੇ ਛੜਯੰਤਰ ਲੈ ਕੇ ਆਉਂਦੀ ਹੈ ਰਾਜਨੀਤੀ ਉਹਦੇ ਕਾਬੂ 'ਚ ਆਉਂਦਾ ਨਹੀਂ, ਪਰ ਰਾਜਨੀਤੀ ਕੋਲੇ ਛੜਯੰਤਰ ਬੜੀ ਤਰ੍ਹਾਂ ਦੇ ਉਹ ਹੋਰ ਨਵੇਂ ਲੈ ਕੇ ਆਉਂਦੇ ਨੇ। ਸੋ ਇਹ ਇੱਕ ਗੇਮ ਹੈ, ਇੱਕ ਪਲੇ ਹੈ, ਇਹਦੇ ਵਿੱਚ ਕਾਮਨਾ ਕਰੀਏ ਕਿ ਆਮ ਆਦਮੀ ਜਿੱਤੇ, ਇਨਸਾਨ ਜਿੱਤੇ, ਸਿਆਸਤ ਨਾ ਜਿੱਤੇ। ਜੀ ਜਿਵੇਂ ਤੁਸੀਂ ਕਿਹਾ ਕਿ ਮੈਨੂੰ ਵੀ ਲੱਗਦਾ ਨਹੀਂ ਕਿ ਸਭ ਕੁਝ ਹੋਣ ਵਾਲਾ, ਕਿਉਂਕਿ ਟਾਈਮ ਹੀ ਇਦਾਂ ਦਾ, ਇਸ ਟਾਈਮ ਦੇ ਵਿੱਚ ਲੱਗਦਾ ਕਿ ਨਹੀਂ ਹੋਵੇਗਾ। ਅਗਰ ਹੋ ਜਾਂਦਾ ਕਿ ਆਪਾਂ ਇਹ ਵੀ ਮੰਨ ਕੇ ਚੱਲੀਏ ਅਗਰ ਹੋ ਜਾਂਦਾ ਤਾਂ ਜਿਹੜੇ ਸੂਬੇ ਨੇ ਜਿਹੜੇ ਪਹਿਲਾਂ ਹੀ ਵੱਧ ਅਧਿਕਾਰਾਂ ਦੀ ਲੜਾਈ ਲੜ ਰਹੇ ਨੇ ਜਾਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਇਹਨਾਂ ਦੇ ਉੱਤੇ ਕੀ ਅਸਰ ਰਹਿਣ ਵਾਲਾ? ਦੇਖੋ ਇਹਨਾਂ ਦੇ ਉੱਪਰ ਅਸਰ ਤਾਂ ਗੱਲ ਤਾਂ ਉਹੀ ਹੈ ਵੀ ਜੇ ਤਾਂ ਇਹਦੇ ਪਿੱਛੇ ਭਾਵਨਾ ਕਿਸ ਤਰ੍ਹਾਂ ਦੀ ਦੇ ਨਾਲ ਕੰਮ ਹੁੰਦਾ ਹੈ, ਇਹ ਤਾਂ ਇਹਦਾ ਜਵਾਬ ਤਾਂ ਜਿਹੜਾ ਹੈਗਾ ਉਹ ਇਹੀ ਹੈ। ਦੇਖੋ ਬੜੀ ਕਲੀਅਰ ਗੱਲ ਹੈ ਕਿ ਜੇਕਰ ਇਹ ਕੰਮ ਹੁੰਦਾ ਹੈ ਤਾਂ ਇਹ ਮਤਲਬ ਮੁਲਕ ਦੇ ਵਿੱਚ ਜਿਹੜਾ ਸਾਡਾ ਬਹੁਤ ਵੱਡੇ ਲੈਵਲ ਤੇ ਸਰਕਾਰੀ ਮਸ਼ੀਨਰੀ ਦਾ ਵਾਰ-ਵਾਰ ਇਲੈਕਸ਼ਨਸ ਦੇ ਵਿੱਚ ਯੂਜ਼ ਹੋ ਜਾਣਾ, ਠੀਕ ਹੈ, ਸਮੇਂ ਦੀ ਬਰਬਾਦੀ, ਕੋਡ ਆਫ ਕੰਡਕਟ ਲੱਗ ਜਾਂਦੇ ਹੈ, ਡਿਵੈਲਪਮੈਂਟ ਦੇ ਕੰਮ ਰੁਕ ਜਾਂਦੇ ਨੇ ਸਾਰੇ, ਔਰ ਬਹੁਤ ਕੁਝ ਹੈਗਾ ਜਿਹੜਾ ਸੁਧਾਰ ਕਰਨ ਵਾਲਾ ਹੈ ਸਮੇਂ ਦੇ ਹਿਸਾਬ ਦੇ ਨਾਲ। ਤਾਂ ਜੇ ਤਾਂ ਇਹਨੂੰ ਇੱਕ ਪ੍ਰੋਡਕਟਿਵ ਮੇਜਰ ਦੇ ਤੌਰ ਤੇ ਲਿਆ ਜਾਵੇ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਇਸ ਸਟੇਜ ਤੇ ਜਿਵੇਂ ਮੈਂ ਕਿਹਾ ਕਿ ਜੇਕਰ ਗੱਲ ਅੱਗੇ ਤੁਰੂਗੀ ਤਾਂ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਵਨਾਤਮਕ ਵਿਸ਼ੇ ਦੇ ਰੂਪ ਦੇ ਵਿੱਚ ਜਿਹੜੀ ਐਂਟੀ ਇਨਕੰਬੈਂਸੀ ਇਸ ਮੌਜੂਦਾ ਕੇਂਦਰੀ ਸਰਕਾਰ ਦੇ ਵਿਰੁੱਧ ਉੱਭਰੀ ਹੈ ਉਹਨੂੰ ਕਿਤੇ ਨਾ ਕਿਤੇ ਇਹ ਠੱਲ ਪਾਉਣ ਦੇ ਵਿੱਚ ਕੋਸ਼ਿਸ਼ ਕਰਨਗੇ। ਗਾਂ ਅੱਗੇ ਤਾਂ ਲੋਕ ਫੈਸਲਾ ਕਰਨਗੇ ਤਾਂ ਇਹ ਇੱਥੇ ਲੱਗਦਾ। ਪਰ ਇੱਕ ਗੱਲ ਇਹਦੇ ਨਾਲ ਜਸਵੀਰ ਜੀ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਕਿ ਇਹ ਜਿਹੜੇ ਕੇਂਦਰੀ ਮਸਲੇ ਆ, ਆਪਾਂ ਪੰਜਾਬ ਦੀ ਧਰਤੀ ਤੇ ਬੈਠੇ ਹਾਂ, ਪੰਜਾਬੀ ਲੋਕ ਆ, ਅਸੀਂ ਜਿਸ ਮੁਕਾਮ ਤੇ ਪਹੁੰਚੇ ਆ ਨਾ ਪਿਛਲੇ ਲੰਬੇ ਸਮੇਂ ਤੋਂ, ਜਿਹੜਾ ਸਾਡਾ ਕੇਂਦਰ ਵਰਸਸ ਸਟੇਟ ਜਿਹੜਾ ਸੀਗਾ, ਦੇਖੋ ਪੰਜਾਬੀ ਚੇਤਨਾ ਦੇ ਵਿੱਚ ਇੱਕ ਗੱਲ ਬੜੇ ਜ਼ੋਰ ਸ਼ੋਰ ਨਾਲ ਉੱਭਰ ਰਹੀ ਹੈ ਕਿਉਂਕਿ ਅਸਲੀਅਤ ਹੈ ਕਿ ਪੰਜਾਬ ਦੇ ਸਾਧਨਾਂ ਸਰੋਤਾਂ ਦੀ ਲੁੱਟ ਹੋ ਗਈ, ਪੰਜਾਬ ਦੇ ਸਾਧਨਾਂ ਸਰੋਤਾਂ ਦੀ ਰਖਵਾਲੀ ਨਹੀਂ ਹੋਈ। ਜੇ ਅਸੀਂ ਲੁੱਟ ਕਹਿੰਦੇ ਆ ਤਾਂ ਉਹਨਾਂ ਨੂੰ ਸ਼ਬਦ ਥੋੜੇ ਜਿਹੇ ਭੈੜੇ ਲੱਗਦੇ ਆ, ਚਲੋ ਆਪਾਂ ਸੌਖਾ ਸ਼ਬਦ ਵਰਤ ਲੈਂਦੇ ਆ ਕਿ ਰਖਵਾਲੀ ਨਹੀਂ ਹੋਈ। ਚਲੋ ਉਹ ਰਖਵਾਲੀ ਹੋਈ ਕਿਉਂ ਨਹੀਂ? ਉਹ ਰਖਵਾਲੀ ਮਤਲਬ ਜਿਹੜਾ ਹੈਗਾ, ਜਿਹੜਾ ਸੀਨ ਹੈ ਨਾ ਪਿਛਲਾ, ਉਹ ਸੀਨ ਨੂੰ ਜਦੋਂ ਵੇਖਦੇ ਆ ਤਾਂ ਉਹ ਸੀਨ ਇਹ ਦੱਸਦਾ ਹੈ ਵੀ ਅਸੀਂ ਕਦੇ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਦੇਸ਼ ਦੀ ਵੱਡੀ ਪਾਰਲੀਮੈਂਟ ਦੇ ਵਿੱਚ ਸਾਡਾ ਹਿੱਸਾ ਬੜਾ ਛੋਟਾ ਹੈ। ਅਸੀਂ ਸਾਡੇ 20 ਨੁਮਾਇੰਦੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਜਾਂਦੇ ਨੇ। ਚਲੋ ਹਿੱਸੇ ਦੀ ਵੀ ਆਪਾਂ ਗੱਲ ਮੰਨ ਲਈਏ ਕਿ ਜੇਕਰ ਗੱਲ ਦੇ ਵਿੱਚ ਗੱਲ ਰੱਖਣੀ ਆਉਂਦੀ ਹੋਵੇ, ਮੰਗ ਕਰਨੀ ਆਉਂਦੀ ਹੋਵੇ ਤਾਂ ਮੰਗ ਇੱਕ ਬੰਦਾ ਵੀ ਕਰ ਸਕਦਾ ਹੈ ਔਰ ਉਹਨੂੰ ਜਸਟੀਫਾਈ ਕੀਤਾ ਜਾਂਦਾ। ਕਿਤੇ ਨਾ ਕਿਤੇ ਸਾਡੀ ਪਿਛਲੀ ਲੰਬੇ ਸਮੇਂ ਦੇ ਵਿੱਚ ਜੇ ਅਸੀਂ ਪੰਜਾਬ ਦੀਆਂ ਸਰਕਾਰਾਂ ਨੂੰ ਛੱਡ ਦਿਓ, ਕੱਲਾ ਮਤਲਬ ਸੈਂਟਰ ਦੇ ਵਿੱਚ ਐਜ਼ ਏ MP ਜਿਹੜੇ ਲੋਕ ਅਸੀਂ ਭੇਜੇ ਔਰ ਜਿਹੜੀਆਂ ਸਰਕਾਰਾਂ ਨੇ ਭੇਜੇ, ਚਾਹੇ ਉਹ ਆਪੋਜੀਸ਼ਨ ਦੇ ਮੈਂਬਰਾਂ ਦੇ ਤੌਰ ਤੇ ਗਏ, ਚਾਹੇ ਉਹ ਮੌਜੂਦਾ ਰਾਜਕਰਤਾ ਪਾਰਟੀ ਦੇ ਹੱਕ 'ਚ ਗਏ, ਜਦੋਂ ਪਿਛਲੀ ਸਾਰੀ ਹਿਸਟਰੀ ਸ਼ੀਟ ਦੇਖਦੇ ਆ ਨਾ, ਕਿਤੇ ਵੀ ਪੰਜਾਬ ਦੀ ਜਿਹੜੀ ਕੋਈ ਪੰਜਾਬ ਦਾ ਦਰਦ, ਪੰਜਾਬ ਦੀ ਲੋੜ, ਪੰਜਾਬ ਦੀ ਮੰਗ ਜਿਹੜੀ ਹੈ ਉਹ ਕਿਤੇ ਮਤਲਬ
ਸਾਂਝੇ ਤੌਰ ਤੇ ਤਾਂ ਹੋਣੀ ਤਾਂ ਇਹ ਚਾਹੀਦਾ ਸੀ ਕਿ ਸਾਰੀਆਂ ਪਾਰਟੀਆਂ ਸਾਂਝੇ ਤੌਰ ਤੇ ਲੜਦੀਆਂ ਉਸ ਦੀ ਖਾਤਰ, ਕਿਉਂਕਿ ਉਹਨੂੰ ਲੜਾਈ ਹੈ ਨਾ ਇੱਕ ਐਡੇ ਵੱਡੇ ਮੁਲਕ ਦੇ ਵਿੱਚ ਅਸੀਂ ਆਪਦੇ ਸਾਧਨਾਂ ਸਰੋਤਾਂ ਦੀ ਰਾਖੀ ਕਰਨੀ ਹੈ, ਅਸੀਂ ਆਪਦੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਇਸ ਮੁਲਕ ਦੇ ਵਿੱਚ ਜਿਹੜਾ ਹੈਗਾ ਮਾਹੌਲ ਰੱਖਣਾ, ਉਹਦੀ ਰਖਵਾਲੀ ਕਰਨੀ ਹੈ, ਤਾਂ ਉੱਥੇ ਸਾਨੂੰ ਆਪਦੀ ਰਿਪਰੈਜ਼ੈਂਟੇਸ਼ਨ ਤਾਂ ਪ੍ਰੋਪਰ ਕਰਨੀ ਪਊ ਨਾ। ਔਰ ਜਦੋਂ ਅਸੀਂ ਕੇਂਦਰੀ ਰਿਪਰੈਜ਼ੈਂਟੇਸ਼ਨ ਦੀ ਗੱਲ ਕਰਦੇ ਹਾਂ, ਜਿਹੜੀ ਕੇਂਦਰੀ ਰਿਆਸਤ ਹੈ, ਉਹਦੇ ਵਿੱਚ ਜਦੋਂ ਉਸ ਥੜੇ ਤੇ ਜਾ ਕੇ ਖੜਦੇ ਹਾਂ ਅਸੀਂ, ਤਾਂ ਉੱਥੇ ਤਾਂ ਚਾਹੇ ਅਸੀਂ ਆਪੋਜੀਸ਼ਨ ਦੇ ਹੋਈਏ ਚਾਹੇ ਅਸੀਂ ਰਾਜਕਰਤਾ ਪਾਰਟੀ ਦੇ ਹੋਈਏ, ਉੱਥੇ ਅਸੀਂ ਪੰਜਾਬ ਦੇ ਹਾਂ ਨਾ। ਪਰ ਕਿਤੇ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਮਤਲਬ ਨੀਲੀ ਪੱਗ ਵੀ ਘੱਲੀ, ਅਸੀਂ ਟੋਪੀ ਵੀ ਘੱਲਤੀ, ਹੁਣ ਕਿਤੇ ਪੰਜਾਬ ਦਿਸਿਆ? ਇੱਕ ਕਿੱਡੀ ਵੱਡੀ ਉਦਾਹਰਨ ਆ ਉਹਦੀ ਕਿ ਜਦੋਂ ਕਿਸਾਨ ਦਿੱਲੀ ਦੀਆਂ ਦੇ ਬਾਰਡਰਾਂ ਤੇ ਬੈਠ ਜਾਂਦੇ ਆ, ਉਸ ਤੋਂ ਬਾਅਦ ਸਾਰੇ MP ਚਾਹੇ ਉਹ ਕਿਸੇ ਵੀ ਪਾਰਟੀ ਦੇ ਸੀ, ਠੀਕ ਹੈ, ਫਿਰ ਤਾਂ ਉਹ ਪਾਰਲੀਮੈਂਟ ਦੇ ਅੱਗੇ ਧਰਨੇ ਲਾਉਣ ਲੱਗ ਜਾਂਦੇ ਨੇ, ਉਸ ਤੋਂ ਪਹਿਲਾਂ ਨਹੀਂ। ਤੇ ਕੀ ਮਤਲਬ ਜਿਹੜਾ ਵਿਧਾਨ ਹੈ ਉਹ ਕੀ ਕਹਿੰਦਾ? ਉਹ ਤਾਂ ਇਹ ਕਹਿੰਦਾ ਹੈ ਕਿ ਜੇਕਰ ਸਾਡੇ ਪਾਰਲੀਮੈਂਟੇਰੀਅਨਸ ਉੱਥੇ ਲੜਾਈ ਲੜ ਰਹੇ ਹੋਣ, ਜੇ ਉਹਨਾਂ ਦੀ ਨਾ ਸੁਣੀ ਜਾਵੇ, ਜੇ ਸਾਨੂੰ ਇਹ ਲੱਗੇ ਕਿ ਪ੍ਰੋਪਰ ਚੈਨਲ ਜਿਹੜੀ ਉਹ ਗੱਲ ਰੱਖਣੀ ਚਾਹੁੰਦੇ ਆ, ਉੱਥੇ ਕੋਈ ਸੁਣਵਾਈ ਨਹੀਂ ਹੋ ਰਹੀ, ਸਾਡੇ ਲੋਕਾਂ ਨੇ ਤਾਂ ਬਾਅਦ ਚ ਜਾਣਾ ਸੀ। ਪਰ ਕੀ ਇਹ ਵਰਤਾਰਾ ਉਲਟ ਨਹੀਂ ਹੈ ਕਿ ਲੋਕ ਦਿੱਲੀ ਦੀਆਂ ਬਰੂਹਾਂ ਤੇ ਜਦੋਂ ਗਏ ਤਾਂ ਪਾਰਲੀਮੈਂਟੇਰੀਅਨਸ ਜਿਹੜੇ ਹੈਗੇ ਆ ਉਹ ਜਾ ਕੇ ਦਰੀਆਂ ਉੱਥੇ ਵਿਛਾਉਣ? ਕੀ ਇਹ ਨਰੋਲ ਸਿਆਸਤ? ਕਿਉਂਕਿ ਉਹ ਤਾਂ ਲੋਕਾਂ ਨੇ ਮਜਬੂਰ ਕੀਤੇ। ਇਸੇ ਕਰਕੇ ਇਹ ਜਿਹੜੀ ਸਿਆਸਤ ਜਿਹੜੀ ਅੱਜ ਅੱਖੀਂ ਪਲਾਹੀ ਹੱਥ ਮਾਰਦੀ ਫਿਰਦੀ ਹੈ ਨਾ, ਇਹਨਾਂ ਨੂੰ ਇਹ ਗੱਲ ਉਹਨਾਂ ਨੂੰ ਸਮਝ ਤਾਂ ਹੈਗੀ ਹੈ, ਪਰ ਆਪਾਂ ਤਾਂ ਲੋਕਾਂ ਨਾਲ ਗੱਲ ਕਰ ਰਹੇ ਹਾਂ ਨਾ, ਲੋਕਾਂ ਦੇ ਨਾਲ ਗੱਲ ਕਰ ਰਹੇ ਹਾਂ, ਤਾਂ ਇੱਕ ਲੋਕਾਂ ਦੀ ਰਾਏ ਹੈ ਜਿਹੜੀ ਇਹਨਾਂ ਨੂੰ ਦੱਸਣੀ ਚਾਹੁੰਦੇ ਆ ਕਿ ਲੋਕ ਤੁਹਾਡੀਆਂ ਜਿੰਨੀਆਂ ਲੂੰਬੜ ਚੱਲ ਹੈ ਉਹਨਾਂ ਨੂੰ ਸਾਰਿਆਂ ਨੂੰ ਜਾਣਗੇ, ਸਾਰਿਆਂ ਨੂੰ ਸਮਝ ਗਏ। ਇਸੇ ਕਰਕੇ ਮੈਂ ਇੱਕ ਅੱਜ ਖਾਸ ਤੌਰ ਤੇ, ਆਪਾਂ ਕੁਦਰਤੀ ਤੁਸੀਂ ਗੱਲ ਛੇੜੀ ਹੈ, ਖਾਸ ਤੌਰ ਤੇ ਰਵਾਇਤੀ ਪੋਲਿਟਿਕਸ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਮਤ ਸਮਝਣ ਕਿ ਜਿਹੜੀ 22 ਦੀ ਇਲੈਕਸ਼ਨ ਦੇ ਵਿੱਚ ਜਿਹੜੀ ਇਹਨਾਂ ਦੀ ਹਾਰ ਹੋ ਗਈ, ਤੇ ਹੁਣ ਉਸ ਤੋਂ ਬਾਅਦ ਮੰਨ ਲਓ ਮੌਜੂਦਾ ਸਰਕਾਰ ਹੈ ਜਿਹੜੀ, ਉਹਨਾਂ ਦੇ ਵਿੱਚ ਵੀ ਉਹਨਾਂ ਦੀ ਤੋਂ ਵੀ ਲੋਕਾਂ ਦੀ ਤਸੱਲੀ ਉਸ ਤਰੀਕੇ ਦੇ ਨਾਲ ਨਹੀਂ ਹੋ ਰਹੀ ਜੋ ਹਾਲਾਤ ਬਣ ਰਹੇ ਆ ਸਾਡੇ ਸਾਰਿਆਂ ਦੇ ਸਾਹਮਣੇ ਆ। ਪਰ ਫਿਰ ਵੀ ਇਹਨਾਂ ਨੂੰ ਇਹ ਭੁਲੇਖਾ ਦਿਮਾਗ ਦੇ ਵਿੱਚੋਂ ਕੱਢ ਦੇਣਾ ਚਾਹੀਦਾ। ਇਹ ਅੱਜ ਵੀ ਨਿਗਾਰ ਵੱਲ ਜਾ ਰਹੇ ਨੇ। ਪੰਜਾਬੀ ਚੇਤਨਾ ਦੇ ਵਿੱਚ, ਪੰਜਾਬੀ ਮਨਾਂ ਦੇ ਵਿੱਚ ਰਵਾਇਤੀ ਪੋਲਿਟਿਕਸ ਦਾ ਪੱਧਰ ਅੱਜ ਵੀ ਹੋਰ ਥੱਲੇ ਜਾ ਰਿਹਾ ਹੈ। ਅਕਾਲੀ ਦਲ ਹੋਰ ਥੱਲੇ ਜਾ ਰਿਹਾ ਹੈ, ਕਾਂਗਰਸ ਹੋਰ ਥੱਲੇ ਜਾ ਰਹੀ ਹੈ। ਇਹਨਾਂ ਦਾ ਤਾਂ ਸਮਾਂ ਹੁਣ ਨਹੀਂ ਆਉਣਾ। ਪਰ ਜਦੋਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜਾ ਕੇਂਦਰ ਸਰਕਾਰ ਦੇ ਇੱਕ ਨੇਸ਼ਨ ਇੱਕ ਵੋਟ ਵਾਲੀ ਗੱਲ ਦਾ ਸਵਾਗਤ ਕੀਤਾ, ਤੇ ਲੋਕਾਂ ਨੇ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵੀ ਦੇਖ ਰਹੇ ਹੋ, ਲੋਕ ਕਹਿੰਦੇ ਕਿ ਸੁਖਬੀਰ ਸਿੰਘ ਨੂੰ ਤਾਂ ਇਹ ਹੈ ਵੀ ਭਗਵੰਤ ਮਾਨ ਇੱਕ ਵਾਰੀ ਸਰਕਾਰ ਡਿੱਗੇ ਤੇ ਸ਼ਾਇਦ ਸਾਡਾ ਸੂਤ ਲੱਗ ਜਾਊਗਾ। ਬਿਲਕੁਲ, ਇਹ ਮਤਲਬ ਘਟੀਆ ਪੱਧਰ ਦੀ ਸਿਆਸਤ ਜਿਹੜੀ ਹੈਗੀ ਹੈ ਨਾ, ਉਹ ਕਰਨ ਦੇ ਵਿੱਚ ਤਾਂ ਇਹਨਾਂ ਨੇ ਕੋਈ ਇੱਕ ਵਾਰ, ਇਹਨਾਂ ਨੇ ਹਰ ਵਾਰ ਹੁਣ ਜੇਕਰ ਇੱਕ ਇਖਲਾਕੀ ਤੌਰ ਤੇ ਇੱਕ ਵੇਖੋ, ਇੱਕ ਪਾਰਲੀਮੈਂਟੇਰੀਅਨ ਅਸੀਂ ਚੁਣਦੇ ਹਾਂ, MP ਚੁਣਦੇ ਹਾਂ, MLA ਚੁਣਦੇ ਹਾਂ, ਕੋਈ ਮੰਤਰੀ ਬਣਦਾ ਹੈ, ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਉਹ ਇੰਨੇ ਲੋਕਾਂ ਦੀ ਇੱਕ ਤਸਵੀਰ ਹੈ। ਸਭ ਤੋਂ ਪਹਿਲੀ ਗੱਲ ਉਹਦੇ ਵਿੱਚ ਕੀ ਦਿਸਣੀ ਚਾਹੀਦੀ ਹੈ? ਇਖਲਾਕ। ਸਭ ਤੋਂ ਪਹਿਲਾਂ ਤਾਂ ਇਹੀ ਦੱਸਣਾ ਚਾਹੀਦਾ ਨਾ, ਨਹੀਂ ਤਾਂ ਸਧਾਰਨ ਇਨਸਾਨ ਦੇ ਵਿੱਚ ਵੀ ਇਖਲਾਕ ਹੁੰਦਾ। ਔਰ ਇਹ ਰੰਗ ਬਦਲਣ ਲੱਗਿਆ, ਇਹ ਆਪਣਾ ਬਿਆਨ ਬਦਲਣ ਲੱਗਿਆ, ਆਪਣੀ ਟਪੂਸੀ ਮਾਰਨ ਲੱਗਿਆ, ਇਹ 2 ਮਿੰਟ ਨਹੀਂ ਲਾਉਂਦੇ। ਸੋ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇਸ ਗੱਲ ਦੇ ਉੱਤੇ ਸੋਚ ਲੈਣਾ ਚਾਹੀਦਾ ਕਿ ਜਿੰਨੀ ਦੇਰ ਤੱਕ ਤੁਸੀਂ ਇਹ ਜਿਹੜਾ ਗੁਣ ਹੈ, ਜਿਹੜਾ ਇਹ ਤੁਸੀਂ ਬਸਤੇ 'ਚ ਪਾ ਕੇ ਰੱਖੀ ਬੈਠੇ ਹੋ, ਪਿਛਲੇ ਸਮੇਂ ਦੇ ਵਿੱਚ ਚੱਲ ਗਿਆ, ਕਿਤੇ ਕੋਈ ਵੇਲਾ ਸੀਗਾ ਚੱਲੀ ਗਿਆ, ਪਰ ਹੁਣ ਨਹੀਂ ਚੱਲਣਾ। ਹੁਣ ਲੋਕ ਤੁਹਾਡੇ ਵਿੱਚੋਂ ਅਖਲਾਕ ਭਾਲਦੇ ਨੇ। ਮਤ ਸਮਝੋ ਤੁਹਾਡਾ, ਤੁਸੀਂ ਝੰਡੇ ਵਿਖਾਤੇ, ਤੁਸੀਂ ਰੰਗ ਵਿਖਾਤੇ, ਤੁਸੀਂ ਧਰਮ ਵਿਖਾਤੇ, ਤੁਸੀਂ ਜਾਤ ਵਿਖਾਤੀ, ਲੋਕਾਂ ਨੇ ਵੇਖ ਲਈ ਜਿੰਨਾ ਚਿਰ ਵੇਖਣੀ ਸੀ। ਪਰ ਹੁਣ ਜੇ ਵਿਖਾਉਣਾ ਚਾਹੁੰਦੇ ਹੋ ਤਾਂ ਆਪਣਾ ਅਖਲਾਕ ਵਿਖਾਓ, ਲੋਕ ਉਹ ਲੱਭ ਰਹੇ ਆ। ਸੋ ਇਹ ਕਿੰਨੀਆਂ ਵੱਡੀਆਂ ਤਸਵੀਰਾਂ ਨੇ ਇਹਨਾਂ ਦੀਆਂ, ਇਹਨਾਂ ਚੀਜ਼ਾਂ ਦੀਆਂ, ਕਿ 3 ਕਾਨੂੰਨ ਜਿਹੜੇ ਆ ਉਹ ਇਹਨਾਂ ਸਾਰਿਆਂ ਦੀ ਹਾਜ਼ਰੀ 'ਚ ਪਾਸ ਹੁੰਦੇ ਨੇ ਜੀ, ਠੀਕ ਹੈ ਨਾ। ਔਰ ਉਸ ਤੋਂ ਬਾਅਦ ਜਦੋਂ ਲੋਕ ਜਾ ਕੇ ਉੱਥੇ ਪੰਜਾਬ ਉੱਥੇ ਉਮੜ ਕੇ ਬੈਠ ਜਾਂਦਾ ਉਹਨਾਂ ਦੇ ਅਗੇਂਸਟ, ਤੇ ਫਿਰ ਇਹ ਉਹਨਾਂ ਦੇ ਅਗੇਂਸਟ ਬੋਲਣਾ ਸ਼ੁਰੂ ਕਰ ਦਿੰਦੇ ਨੇ, ਫਿਰ ਅਸਤੀਫੇ ਦਿੰਦੇ ਨੇ, ਫਿਰ ਉਹ ਮਤਲਬ ਉਹ ਜਿਹੜਾ ਚੋਲੀ ਦਾਮਨ ਦਾ ਸਾਥ ਸੀਗਾ ਉਹ ਵੀ ਛੱਡਦੇ ਨੇ, ਠੀਕ ਹੈ। ਹੁਣ ਉਹਦੇ ਪਿੱਛੇ ਕੀ ਹਾਲਾਤ ਰਹੇ ਹੋਣਗੇ ਉਹ ਗੱਲਾਂ ਵੱਖਰੀਆਂ ਨੇ, ਪਰ ਲੋਕ ਇਹਨਾਂ ਗੱਲਾਂ ਨੂੰ ਸਮਝ ਰਹੇ ਆ। ਮੇਰਾ ਮਤਲਬ ਕਹਿਣ ਦਾ ਇਹ ਸੀ, ਤੇ ਇਹ ਗੱਲ ਮੈਂ ਤੁਹਾਡੇ ਨਾਲ ਤਾਂ ਸ਼ੁਰੂ ਕੀਤੀ ਸੀ ਕਿ ਅਸਲ ਦੇ ਵਿੱਚ ਜਿਸ ਮੁਕਾਮ ਤੇ ਅਸੀਂ ਖੜੇ ਹਾਂ, ਸਾਡਾ ਜਿਹੜਾ ਹੈ ਨਾ ਕੇਂਦਰੀ ਮਸਲਿਆਂ ਨੂੰ, ਜਿਹੜੀ ਕੇਂਦਰੀ ਰਿਆਸਤ ਜਿਹੜੀ ਦੇ ਜਿਹੜੇ ਉਸ ਥੜੇ ਦੇ ਉੱਤੇ ਜਿਹੜੀ ਗੱਲ ਹੁੰਦੀ ਹੈ, ਪੰਜਾਬੀ ਨੂੰ ਜਿਹੜਾ ਹੈਗਾ ਨਾ, ਪੰਜਾਬ ਨੂੰ, ਪੰਜਾਬ ਦੇ ਇੱਥੋਂ ਦੇ ਵਸਦੇ ਲੋਕਾਂ ਨੂੰ, ਦੁਨੀਆ ਭਰ 'ਚ ਵਸਦੇ ਪੰਜਾਬੀਆਂ ਨੂੰ, ਕਿਉਂਕਿ ਇੱਕ ਕਾਮਨ ਚੇਤਨਾ, ਇੱਕ ਸਾਂਝਾ ਦਰਦ ਉੱਭਰ ਕੇ ਲੋਕਾਂ ਦਾ ਸਾਹਮਣੇ ਆ ਰਿਹਾ ਹੈ,
ਉਸ ਦੇ ਵਿੱਚ ਇਹਨਾਂ ਦਾ ਹੋਣਾ ਜਾਂ ਨਾ ਹੋਣਾ, ਇਹਨਾਂ ਮਸਲਿਆਂ ਦਾ, ਉਹ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਅਲੱਗ ਵਿਸ਼ਾ ਹੈ ਜੀ। ਉਹਦਾ ਸਾਡੇ ਨਾਲ ਕੋਈ ਤਲਕ ਨਹੀਂ ਹੋਣਾ ਚਾਹੀਦਾ। ਸਾਡੇ ਆਪ ਦੇ ਮਸਲਿਆਂ ਦੇ ਵਿੱਚ ਇਹਨਾਂ ਗੱਲਾਂ ਨੂੰ ਜਗ੍ਹਾ ਨਹੀਂ ਮਿਲਣੀ ਚਾਹੀਦੀ, ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ। ਮੈਨੂੰ ਇਹ ਲੱਗਦਾ ਕਿ ਇਹ ਵੀ ਇੱਕ ਸਿਆਸਤੀ ਛੜਯੰਤਰ ਹੈ ਕਿ ਜਦੋਂ ਸਾਡੀ ਚੇਤਨਾ ਇੱਕ ਕੇਂਦਰਿਤ ਹੋ ਰਹੀ ਹੈ। ਅੱਜ ਪੰਜਾਬ ਨਸ਼ੇ ਦੇ ਵਿਰੁੱਧ ਲੜਨ ਵਾਸਤੇ ਕੇਂਦਰਿਤ ਹੋ ਰਿਹਾ ਹੈ। ਅੱਜ ਪੰਜਾਬ ਦਾ ਬੱਚਾ ਜਿਹੜਾ ਹੈਗਾ, ਉਹ ਪੰਜਾਬ ਦੇ ਨਾਲ ਹੋਈਆਂ ਵਧੀਕੀਆਂ ਦਾ, ਜਾਂ ਇਹ ਕਹਿ ਲਈਏ ਕਿ ਪੰਜਾਬ ਦੀ ਜਿਹੜੀ ਸੀਗੀ ਜਿਹੜੇ ਬਣਦੇ ਹੱਕ ਸੀਗੇ, ਉਹ ਕਿਤੇ ਨਾ ਕਿਤੇ ਵਾਇਲੇਟ ਹੋਏ ਨੇ। ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਨਾਲ ਮਤਲਬ ਜਿਹੜੀ ਹੈ ਬੇਇਨਸਾਫੀ ਹੋਈ ਹੈ, ਉਹਦੇ ਵੱਲ ਪੰਜਾਬੀ ਚੇਤਨਾ ਉੱਭਰਦੀ ਜਾ ਰਹੀ ਹੈ। ਔਰ ਇੱਥੇ ਆ ਕੇ ਜਿਹੜਾ ਵਾਰ-ਵਾਰ ਕਿਸੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿਹੜੇ ਕੇਂਦਰੀ ਸਿਆਸਤ ਦੇ ਮਸਲੇ ਜਿਹੜੇ ਹੈਗੇ ਆ, ਮੈਂ ਸਮਝਦਾ ਕਿ ਇਹ ਕੋਈ ਕਿਸੇ ਤਰੀਕੇ ਨਾਲ ਅਗਰ ਸਿਆਸਤ ਇਹਨੂੰ ਜਗ੍ਹਾ ਬਣਾਉਣੀ ਚਾਹੁੰਦੀ ਹੈ ਇਸ ਦੇ ਨਾਲ, ਪਰ ਪੰਜਾਬੀ ਚੇਤਨਾ ਨੂੰ ਇਹਦੇ ਤੋਂ ਸੁਚੇਤ ਰਹਿਣਾ ਚਾਹੀਦਾ। ਸਾਡੇ ਇਹਦੇ ਨਾਲ ਸੰਬੰਧ ਹੀ ਕੀ ਹੈ? ਦੇਖੋ, ਜੇ ਇਹ ਫੈਸਲਾ ਉੱਤੇ ਹੁੰਦਾ ਹੈ, ਠੀਕ ਹੈ, ਇਹ ਪੂਰੇ ਹਿੰਦੁਸਤਾਨ ਦੇ ਨਾਲ ਸੰਬੰਧਿਤ ਫੈਸਲਾ ਹੈਗਾ, ਠੀਕ ਹੈ। ਫੈਸਲਾ ਤਾਂ ਇਹ ਅਜਿਹੇ ਫੈਸਲੇ ਜਿਹੜੇ ਹੈਗੇ ਆ, ਉਹਦੇ ਤੇ ਅਸੀਂ ਕੀ ਕਰਨਾ ਹੈ, ਸਾਡਾ ਨਜ਼ਰੀਆ ਕੀ ਹੈ। ਸਾਡੇ ਤਾਂ ਮਸਲੇ ਅਜੇ ਇਹ ਹੈ ਕਿ ਸਾਡੀ ਤਾਂ ਸਟੇਟ ਲੁੱਟੀ ਗਈ। ਅਸੀਂ ਤਾਂ ਆ ਮੌਜੂਦਾ ਹੜ੍ਹ ਆਏ ਨੇ, ਭਾਖੜਾ ਬਿਆਸ ਮੈਨੇਜਮੈਂਟ ਦਾ ਮੁੱਦਾ ਸੀਗਾ, ਹੋਰ ਕਿੰਨੇ ਸੈਂਕੜੇ ਮੁੱਦੇ ਸੀ। ਆ ਮੌਜੂਦਾ ਸਰਕਾਰ ਤੋਂ ਉਮੀਦ ਸੀ ਕਿ ਇਹ ਜਿਹੜੇ ਰਾਜ ਸਭਾ ਮੈਂਬਰ ਇਹਨਾਂ ਨੇ ਆ ਕੇ ਭੇਜੇ ਨੇ, ਠੀਕ ਹੈ, ਉਦੋਂ ਉਮੀਦ ਸੀ, ਉਦੋਂ ਵੀ ਵਾਰ-ਵਾਰ ਇਸੇ ਕਰਕੇ ਗੱਲ ਕਰਦੇ ਰਹੇ ਕਿ ਭਾਈ ਕੋਈ ਬੰਦਿਆਂ ਦੀ ਚੋਣ ਜਿਹੜੀ ਹੈ ਤੁਹਾਡੀ, ਉਹ ਦੱਸ ਰਹੀ ਹੈ ਕਿ ਤੁਹਾਡੇ ਤੋਂ ਰਿਪਰੈਜ਼ੈਂਟੇਸ਼ਨ ਸਟੇਟ ਦੀ ਨਹੀਂ ਹੋਣੀ, ਔਰ ਨਹੀਂ ਹੋਈ, ਕਿਤੇ ਵੀ ਨਹੀਂ ਦਿਸ ਰਹੀ ਉਹ, ਠੀਕ ਹੈ। ਸੋ ਇਸ ਕਰਕੇ ਮਤਲਬ ਸਾਡਾ ਵਿਸ਼ਾ ਤਾਂ ਇਹ ਹੈ। ਸਾਡੀ ਚੇਤਨਾ ਇਸ ਗੱਲ ਤੇ ਨਾ ਮਤਲਬ ਜਿਵੇਂ ਉਹ ਬਾਪੂ ਖੁੰਡਾ ਲੈ ਕੇ ਖੜ ਜਾਂਦਾ ਸੀ, ਸਾਡੀ ਚੇਤਨਾ ਨੂੰ ਅੱਜ ਖੁੰਡਾ ਲੈ ਕੇ ਖੜਨ ਦੀ ਲੋੜ ਆ ਆਪਦੇ ਮਸਲਿਆਂ ਦੇ ਉੱਤੇ। ਸਾਨੂੰ ਇਹ ਮਸਲੇ ਜਿਹੜੇ ਹੈਗੇ ਆ, ਇਹ ਉਖੇੜਨ ਦੀ ਕੋਸ਼ਿਸ਼ ਹੈ। ਇਹਨਾਂ ਮਸਲਿਆਂ ਦੇ ਪ੍ਰਤੀ ਸਾਨੂੰ ਮਤਲਬ ਬਿਲਕੁਲ ਹੀ ਚਿੰਤਤ ਨਹੀਂ ਹੋਣਾ ਚਾਹੀਦਾ। ਇਹ ਸਾਡੇ ਜਿਹੜੇ ਇੱਥੋਂ MP ਜਾਣਗੇ ਉੱਥੇ, ਉਹਨਾਂ ਨੇ ਸਾਡੀ ਸਟੇਟ ਦੇ ਵਾਸਤੇ ਕੀ ਕਰਨਾ ਹੈ, ਅਸੀਂ ਗੱਲ ਉਹਦੀ ਕਰੀਏ। ਬਿਲਕੁਲ, ਸਾਡੀ ਚੇਤਨਾ ਉੱਥੇ ਖਰੀ ਰਹਿਣੀ ਚਾਹੀਦੀ ਹੈ। ਮੈਂ ਇਹ ਕਹਿਣਾ, ਜਿਹੜਾ ਦੂਜਾ ਜਿਹੜਾ ਇੰਡੀਆ ਬਣਿਆ ਜੀ, ਜਿਹੜਾ ਆਮ, ਆਪਾਂ ਪੰਜਾਬ 'ਚ ਬੈਠੇ ਹਾਂ, ਆਪਾਂ ਪੰਜਾਬ ਦੀ ਗੱਲ ਕਰ ਲਈਏ। ਪੰਜਾਬ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਬਿਲਕੁਲ ਦੋਵੇਂ ਰਲ ਕੇ ਇਲੈਕਸ਼ਨ ਲੜਨਗੇ, ਇਕੱਠੀਆਂ ਰੈਲੀਆਂ ਕਰਨਗੇ। ਜਿਹੜੇ ਲੋਕ ਥੋੜਾ ਸਮਾਂ ਪਹਿਲਾਂ ਇੱਕ ਧਿਰ ਪਿੰਡਾਂ ਦੇ ਵਿੱਚ ਬੈਠੀਆਂ ਧਿਰਾਂ, ਇੱਕ ਧਿਰ ਨੂੰ ਕਹਿੰਦੀ ਤੁਸੀਂ ਰਵਾਇਤੀ ਹੋ, ਬਿਲਕੁਲ ਤੁਸੀਂ ਬੇੜਾ ਗਰਕ ਕਰ ਦਿੱਤਾ, ਬਿਲਕੁਲ। ਦੂਜੀ ਧਿਰ ਕਹਿੰਦੀ ਸੀ ਕਿ ਤੁਸੀਂ ਭਾਜਪਾ ਨਾਲ ਰਲੇ ਹੋ, ਤੁਸੀਂ B ਟੀਮ ਹੋ। ਅਜਿਹੀਆਂ ਗੱਲਾਂ ਬਾਤਾਂ ਪਿੰਡਾਂ ਦੇ ਵਿੱਚ ਚੱਲਦੀਆਂ ਸੀ। ਉਹ ਪਿੰਡਾਂ ਵਾਲੇ ਲੋਕ ਹੁਣ ਇੱਕੋ ਟਰਾਲੀ, ਇੱਕੋ ਬੱਸ ਵਿੱਚ ਬਹਿ ਕੇ ਰੈਲੀਆਂ ਤੇ ਜਾਣਗੇ। ਉਹ ਸਾਰੇ ਵਰਤਾਰੇ ਨੂੰ ਕਿੱਦਾਂ ਦੇਖ ਰਹੇ ਹੋ, ਜਦੋਂ ਦੋ ਧਿਰਾਂ ਪੰਜਾਬ ਦੀਆਂ ਰਲ ਕੇ ਇਲੈਕਸ਼ਨ ਲੜਨਗੀਆਂ, ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ? ਇਹਨੂੰ ਜੇ ਤਾਂ ਆਪਾਂ ਦੇਖੀਏ ਵੀ ਇਸ ਮਸਲੇ ਦੀ ਇੱਕ ਵੋਟਰ ਦੇ ਨਾਤੇ, ਇੱਕ ਵਿਧਾਨਕ ਢਾਂਚੇ ਦੇ ਵਿੱਚ ਇੱਕ ਆਮ ਨਾਗਰਿਕ ਦੀ ਜਿਹੜੀ ਮਤਲਬ ਜਿਹੜੀ ਉਹਦੇ ਵਿੱਚ ਸ਼ਮੂਲੀਅਤ ਹੈ ਔਰ ਜਿਹੜੀ ਉਹਨੂੰ ਤਾਕਤ ਮਿਲੀ ਹੈ, ਉਹ ਤਾਕਤ ਕੀ ਹੈ? ਉਹ ਵੋਟ ਦੀ ਤਾਕਤ ਹੈ। ਔਰ ਵੋਟ ਦੇ ਨਾਲ ਨਾਗਰਿਕ ਜਿਹੜਾ ਹੈਗਾ, ਉਹ ਇੱਕ ਆਪਦੇ ਖਿੱਤੇ ਦਾ, ਆਪਣੇ ਪਿੰਡ ਤੋਂ ਲੈ ਕੇ ਆਪਣੀ ਸਟੇਟ ਤੱਕ ਔਰ ਆਪਣੇ ਕੰਟਰੀ ਤੱਕ ਉਹਦਾ ਸਿਆਸੀ ਮੁਕਾਮ ਜਿਹੜਾ ਹੈ ਘੜਨ ਦੀ ਕੋਸ਼ਿਸ਼ ਕਰਦਾ ਹੈ ਆਪਣੇ ਵਿਚਾਰ ਦੇ ਨਾਲ। ਸਭ ਤੋਂ ਪਹਿਲਾਂ ਤਾਂ ਮੈਂ ਇਹ ਸਮਝਦਾ ਹਾਂ ਕਿ ਜੇਕਰ ਮੇਰੇ ਮੁਲਕ ਦੇ ਵਿੱਚ ਜੇਕਰ ਕਿਤੇ ਇਸ ਵਿਸ਼ੇ ਦੇ ਉੱਤੇ ਅਸੀਂ ਮਤਲਬ ਸਾਡੀ ਚੇਤਨਾ ਇਸ ਲੈਵਲ ਤੱਕ ਉੱਭਰ ਕੇ ਆਉਣੀ ਚਾਹੀਦੀ ਹੈ ਕਿ ਇਹਨੂੰ ਅਦਾਲਤਾਂ ਦੇ ਵਿੱਚ ਇਹਨਾਂ ਲੋਕਾਂ ਤੇ ਨਾ ਪਰਚੇ ਹੋਣੇ ਚਾਹੀਦੇ ਆ, ਅਦਾਲਤਾਂ ਦੇ ਵਿੱਚ ਕੇਸ ਹੋਣੇ ਚਾਹੀਦੇ ਆ ਕਿ ਜਿਹੜੀਆਂ ਦੋ ਪਾਰਟੀਆਂ ਇੱਕ ਸਟੇਟ ਦੇ ਵਿੱਚ ਆਪਣੇ ਆਪ ਨੂੰ ਮਤਲਬ ਲੋਕਾਂ ਦੇ ਸਾਹਮਣੇ ਇਹ ਕਹਿ ਕੇ ਆਈਆਂ ਨੇ, ਇੱਕ ਉਹਦੇ ਵਿੱਚੋਂ ਆਪੋਜੀਸ਼ਨ ਬਣਦੀ ਆ, ਇੱਕ ਉਹਦੇ ਵਿੱਚੋਂ ਰਾਜਕਰਤਾ ਬਣਦੀ ਆ, ਉਹ ਦੋਨੋਂ ਪਾਰਟੀਆਂ 2 ਸਾਲ ਬਾਅਦ 1.5 ਸਾਲ ਬਾਅਦ ਇਹੋ ਜਿਹਾ ਕੀ ਕਰ ਲਿਆ ਉਹਨਾਂ ਨੇ ਕਿ ਉਸ ਤੋਂ ਬਾਅਦ ਉਹ ਇੱਕ ਸਟੇਜ ਤੇ ਇਕੱਠੀਆਂ ਹੋ ਜਾਂਦੀਆਂ ਨੇ। ਬੇਸ਼ੱਕ ਲੋਕ ਜਵਾਬ ਮੰਗਣਗੇ ਇਸ ਦਾ, ਪਰ ਮੈਂ ਕਹਿੰਦਾ ਵੀ ਲੋਕਾਂ ਨੇ ਜਵਾਬ ਤਾਂ ਜਿਹੜਾ ਦੇਣਾ ਉਹ ਦੇਣਾ ਹੀ ਦੇਣਾ। ਉਹ ਇਹਨਾਂ ਨੂੰ ਇਹ ਆਪਣੇ ਉੱਥੇ, ਕਿਉਂਕਿ ਇਹਨਾਂ ਦੀ ਕੇਂਦਰੀ ਰਾਜਨੀਤੀ ਹੈ, ਇਹ ਦੋਨੇ ਪਾਰਟੀਆਂ ਜਿਹੜੀਆਂ ਹੈਗੀਆਂ ਨਾ, ਇਹਨਾਂ ਦਾ ਇਹ ਕਹਿਣ ਨੂੰ ਸਾਡੇ ਹਮਦਰਦ ਨੇ, ਕਹਿਣ ਨੂੰ ਇਹ ਬੜੇ ਵਾਅਦੇ ਤੇ ਦਾਅਵੇ ਕਰ ਰਹੇ ਆ, ਬੜੀਆਂ ਉੱਚੀਆਂ ਆਵਾਜ਼ਾਂ ਮਾਰ ਰਹੇ ਆ, ਠੀਕ ਹੈ। ਪਿਛਲੇ 5-6 ਸਾਲਾਂ ਤੋਂ ਸਾਨੂੰ ਸੁਣ ਰਹੀ ਹੈ ਕਿ ਜਿੱਡੇ ਵੱਡੀ ਬੁਲੰਦ ਆਵਾਜ਼ ਕੀਤੀ ਹੋਈ ਹੈ ਇਹਨਾਂ ਨੇ, ਉਹ ਦੂਜਿਆਂ ਨੇ 5 ਸਾਲ ਰਾਜ ਕੀਤਾ, ਕਦੇ ਗੁਟਕਾ ਸਾਹਿਬ ਫੜ ਕੇ ਸਹੁੰਆਂ ਖਾਧੀਆਂ, ਕਦੇ ਕੁਛ ਕੀਤਾ। ਇਹ ਸਾਰੀਆਂ ਬੁਲੰਦ ਆਵਾਜ਼ਾਂ ਸੀ ਇਹਨਾਂ ਦੀਆਂ ਪੰਜਾਬ ਨਾਲ ਹਮਦਰਦੀ ਕਰਨ ਦੀਆਂ, ਪਰ ਪ੍ਰੈਕਟੀਕਲੀ ਇਹਨਾਂ ਲੋਕਾਂ ਨੇ ਕੀ ਕਰਨਾ ਹੈ, ਕਿਉਂਕਿ ਇਹਨਾਂ ਦੇ ਆਕਾ ਉੱਥੇ ਬੈਠੇ ਹੋਏ ਨੇ, ਠੀਕ ਹੈ ਨਾ।
ਅੱਛਾ, ਉੱਥੇ ਜਾ ਕੇ ਜੋ ਇਹਨਾਂ ਨੂੰ ਉੱਥੋਂ ਆਰਡਰ ਮਿਲਦਾ ਹੈ, ਹੁਣ ਮਤਲਬ ਉਹ ਕੁਰਸੀਆਂ ਇਕੱਠੀਆਂ ਡਹਿ ਜਾਂਦੀਆਂ ਨੇ ਉੱਥੇ, ਔਰ ਇਹਨਾਂ ਨੂੰ ਜਾ ਕੇ ਬਹਿਣਾ ਪੈਂਦਾ ਜੀ। ਔਰ ਇਹ ਜੇ ਜਾ ਕੇ ਬੈਠਦੇ ਨੇ, ਬੈਠਣਾ ਤਾਂ ਇਹਨਾਂ ਦੇ ਵੱਸ ਹੈ, ਪਰ ਇਹਨਾਂ ਨੂੰ ਬੈਠਿਆਂ ਨੂੰ ਨਵਾਜਣਾ ਹੈ ਕਿ ਨਹੀਂ ਨਵਾਜਣਾ, ਇਹ ਲੋਕਾਂ ਦੇ ਵੱਸ ਹੈ। ਲੋਕ ਹੁਣ ਕਿਵੇਂ ਨਵਾਜਣਗੇ? ਮੈਨੂੰ ਇਹ ਲੱਗਦਾ ਹੈ ਕਿ ਪਿਛਲੇ ਲੰਬੇ ਸਮੇਂ ਤੇ ਜੇ ਆਪਾਂ ਝਾਤ ਮਾਰੀਏ, ਜਿਹੜਾ ਕੁਝ ਹੁਣ ਇਹ ਹੋਣ ਜਾ ਰਿਹਾ, ਪੰਜਾਬ ਦੀ ਮੁੱਖ ਆਪੋਜੀਸ਼ਨ ਪਾਰਟੀ ਤੇ ਪੰਜਾਬ ਦੀ ਰਾਜਕਰਤਾ ਤੇ ਜਿਹੜੀ ਹੈ, ਜਿਨ੍ਹਾਂ ਨੇ ਦੋਹਾਂ ਨੇ ਇੱਥੇ ਮਤਲਬ ਜਿਹੜਾ ਹੈਗਾ ਲੋਕਾਂ ਦੇ ਵਿੱਚ ਭਾਵਨਾਤਮਕ ਤੌਰ ਤੇ ਲੋਕਾਂ ਨੂੰ ਇਸ ਗੱਲ ਦੇ ਉੱਤੇ ਮਤਲਬ ਬੜਾ ਲੰਬਾ ਤੇ ਬੜਾ ਡੂੰਘਾ ਪ੍ਰਚਾਰ ਕਰਕੇ ਇਸ ਗੱਲ ਦੇ ਵਿੱਚ ਨਖੇੜਿਆ ਕਿ ਸਾਨੂੰ ਵੋਟਾਂ ਦਿਓ, ਜਿਹੜਾ ਤੁਹਾਡੇ ਨਾਲ ਇਹ ਲੋਕ ਜਿਹੜੇ ਆ ਤੁਹਾਡੇ ਨਾਲ ਧੋਖਾ ਕਰ ਰਹੇ ਆ, ਔਰ ਉਹ ਧੋਖਾ ਕਰਨ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਨਾਲ ਲੈ ਕੇ ਅਸੀਂ ਬੈਠਣਾ ਹੈ। ਇਹਨਾਂ ਨੇ ਤਾਂ ਸਾਨੂੰ ਇਹੀ ਸੁਨੇਹਾ ਦਿੱਤਾ ਸੀ ਨਾ ਕਿ ਕਾਂਗਰਸ ਜਿਹੜੀ ਹੈਗੀ ਹੈ, ਅਕਾਲੀ ਦਲ ਜਿਹੜਾ ਹੈਗਾ, ਇਹ ਜਿਹੜੀਆਂ ਰਵਾਇਤੀ ਪੋਲੀਟਿਕਸ ਹੈ ਜਿਹੜੀ, ਹੁਣ ਅੱਜ ਉਹ ਰਵਾਇਤੀ ਪੋਲੀਟਿਕਸ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਅਸੀਂ ਸਾਰਿਆਂ ਨੇ ਉਹਨਾਂ 26 ਦੇ ਵਿੱਚ ਕੁਰਸੀ ਡਾਈ ਹੋਈ ਹੈ। ਅੱਜ ਕੇਜਰੀਵਾਲ ਸਾਹਿਬ ਦਾ ਉਹ ਨਿਆਰਾਪਣ ਉਹ ਕਿੱਧਰ ਗਿਆ? ਠੀਕ ਹੈ, ਕਿਉਂਕਿ ਅਸੀਂ ਸਾਰੇ ਆਲ ਇੰਡੀਆ ਦੇ ਵਿੱਚ ਜਹਾਜ਼ ਜੂਝ ਖਰੀਦੇ ਹੋਏ ਆ, ਗੇੜੇ ਗੂੜੇ ਲਾਉਣੇ ਆ, ਆਲ ਇੰਡੀਆ ਦੀ ਪੋਲੀਟਿਕਸ ਦੇਖਣੀ ਆ ਅਸੀਂ। ਪਰ ਜਿਹੜੀ ਪੋਲੀਟਿਕਸ ਦੇਖੋ ਮੈਂ ਕਹਿੰਦਾ ਸ਼ੁਭ ਕਾਮਨਾਵਾਂ, ਕੇਜਰੀਵਾਲ ਸਾਹਿਬ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਆਉਣ, ਅੱਗੇ ਵਧਣ, ਠੀਕ ਹੈ ਨਾ, ਕੋਈ ਹਰਜ ਨਹੀਂ, ਉਹਨਾਂ ਦਾ ਹੱਕ ਹੈ, ਠੀਕ ਹੈ, ਉਹਨਾਂ ਨੇ ਇੱਕ ਪਾਰਟੀ ਬਣਾਈ ਹੈ, ਵਧਣ ਅੱਗੇ। ਪਰ ਗੱਲ ਇਹ ਹੈ ਕਿ ਜਿਹੜੇ ਵਾਅਦੇ ਤੁਸੀਂ ਜਿੱਥੋਂ ਦੇ ਲੋਕਾਂ ਨੇ ਤੁਹਾਡੇ ਨਾਲ ਐਡਾ ਵੱਡਾ ਸਾਥ ਦਿੱਤਾ, ਤੁਹਾਡੇ ਤੇ ਵਿਸ਼ਵਾਸ ਕੀਤਾ ਹੈ, ਉਹ ਵਾਅਦਾ ਤਾਂ ਤੁਹਾਡਾ ਵਫਾ ਅਜੇ 2 ਸਾਲ ਹੋਇਆ ਹੀ ਨਹੀਂ, ਉਹਦੇ ਵਿੱਚ ਤਾਂ ਡਿਲੀਵਰ ਕੁਝ ਵੀ ਨਹੀਂ ਹੋਇਆ, ਔਰ ਤੁਸੀਂ ਉੱਥੇ ਜਾ ਕੇ ਬੈਠ ਗਏ। ਤੇ ਤੁਸੀਂ ਕੀ ਸਮਝਦੇ ਹੋ ਕਿ ਲੋਕ ਇਸ ਗੱਲ ਦਾ ਜਵਾਬ ਨਾ ਦੇਣਗੇ? ਲੋਕ ਇਸ ਗੱਲ ਨੂੰ ਬਹੁਤ ਸੀਰੀਅਸਲੀ ਲੈਣਗੇ। ਔਰ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਸਾਡਾ ਪੰਜਾਬੀ ਚੇਤਨਾ ਦਾ ਜਿਹੜਾ ਖਦਸ਼ਾ ਸੀ ਨਾ, ਉਹ ਖਦਸ਼ਾ ਮਤਲਬ ਜਿਹੜਾ ਨਾ ਉਹ ਪ੍ਰਤੱਖ ਹੋ ਗਿਆ ਜੀ, ਉਹ ਪ੍ਰਤੱਖ ਹੋ ਰਿਹਾ ਜਸਵੀਰ ਜੀ। ਇਹ ਜਿਹੜਾ ਖਦਸ਼ਾ ਜਿਹੜਾ ਸਾਡੀ ਬੇਚੈਨੀ ਹੈ, ਜਿਹਨੂੰ ਸਾਡੀ ਬੇਚੈਨੀ ਨੂੰ ਕਦੇ ਕੋਈ ਮਤਲਬ ਜੇ ਸਾਡਾ ਕੋਈ ਭਰਾ ਉੱਚੀ ਬੋਲ ਬਹਿੰਦਾ ਹੈ, ਜਾਂ ਸਾਡਾ ਭਰਾ ਕੋਈ ਗਲਤ ਕੋਈ ਗੈਰ ਸੰਵਿਧਾਨਕ ਤਰੀਕਾ ਵਰਤ ਲੈਂਦਾ, ਤਾਂ ਸਾਡੇ ਤੇ ਬੜੇ ਤਰ੍ਹਾਂ ਦੇ ਕੋਈ ਅੱਤਵਾਦੀਆਂ ਦੇ, ਵੱਖਵਾਦੀਆਂ ਦੇ, ਗਰਮ ਖਿਆਲੀਆਂ ਦੇ, ਹੋਰ ਪਤਾ ਨਹੀਂ ਕਿੰਨੇ ਮਤਲਬ ਉਹ ਲੱਗਦੇ ਨੇ ਸਾਡੇ ਤੇ ਇਲਜ਼ਾਮ। ਪਰ ਉਹਨਾਂ ਦੇ ਪਿੱਛੇ ਜਿਹੜੀ ਗੱਲ, ਭਾਵਨਾ ਜਿਹੜੀ ਖੜੀ ਸੀ ਉਹਦੇ ਪਿੱਛੇ, ਉਹ ਭਾਵਨਾ ਅੱਜ ਵੀ ਪ੍ਰਤੱਖ ਹੋ ਰਹੀ ਹੈ। ਉਹ ਭਾਵਨਾ ਇਹੀ ਕਹਿੰਦੀ ਹੈ ਕਿ ਤੁਹਾਨੂੰ ਕੇਂਦਰੀ ਸਿਆਸਤ ਦੇ ਵਿੱਚ ਜਿਹੜਾ ਹੈਗਾ, ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਦਿਖਾ ਰਹੇ ਆ, ਸ਼ੀਸ਼ਾ ਦਿਖਾ ਰਹੀਆਂ ਨੇ ਇਹ ਪਾਰਟੀਆਂ ਕਿ ਤੁਹਾਡੀ ਕੋਈ ਹੈਸੀਅਤ ਨਹੀਂ ਹੈ, ਅਸੀਂ ਜੋ ਕਰਾਂਗੇ ਅਸੀਂ ਮਰਜ਼ੀ ਨਾਲ ਕਰਾਂਗੇ, ਤੁਹਾਨੂੰ ਸਾਡੇ ਮਗਰ ਲੱਗਣਾ ਪਊਗਾ। ਸੋ ਇਸ ਕਰਕੇ ਜੇ ਮੈਂ ਪੰਜਾਬੀ ਚੇਤਨਾ ਨੂੰ ਇਹ ਬੇਨਤੀ ਕਰਨੀ ਚਾਹੁੰਦਾ, ਜਿੰਨੇ ਪੰਜਾਬ ਦੇ ਹਮਦਰਦ ਲੋਕ, ਜਿੰਨੇ ਉੱਚੀਆਂ ਆਵਾਜ਼ਾਂ ਦੇ ਵਿੱਚ ਇਹ ਗੱਲ ਕਰ ਰਹੇ ਨੇ, ਔਰ ਜਿੰਨੇ ਲੋਕਾਂ ਨੂੰ ਇਸ ਗੱਲ ਦੇ ਪ੍ਰਤੀ ਸੁਚੇਤ ਕਰ ਰਹੇ ਨੇ, ਉਹਨਾਂ ਦਾ ਸਭ ਤੋਂ ਵੱਡਾ ਫਰਜ਼ ਅੱਜ ਇਹ ਬਣਦਾ ਹੈ ਕਿ ਇਸ ਛੜਯੰਤਰ ਨੂੰ ਨੰਗਾ ਕੀਤਾ ਜਾਵੇ। ਕੱਲ ਮੈਂ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ, ਉਹਨਾਂ ਦੇ ਨਾਲ ਬੈਠਾ ਗੱਲਬਾਤ ਕਰ ਰਿਹਾ ਸੀ। ਮੈਂ ਉਹਨਾਂ ਨੂੰ ਪੁੱਛਿਆ ਵੀ ਫਿਰ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਸੀ ਜੀ, ਜਿਹੜੇ ਸਾਬਕਾ ਮੰਤਰੀ ਨੇ, ਬਿਲਕੁਲ MLA ਨੇ, ਉਹਨਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਸੀ, ਜੇ ਇਹਨਾਂ ਨੇ ਰਲਣਾ ਸੀ ਤੇ ਉਹਦਾ ਕੀ ਕਾਰਨ ਸੀ? ਉਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ। ਉਹ ਕਹਿੰਦੇ ਵੀ ਇਹਨਾਂ ਨੂੰ ਤਗੜਾ ਕੀਤਾ ਜਾ ਰਿਹਾ ਸੀ। ਤੁਹਾਨੂੰ ਵੀ ਲੱਗਦਾ ਹੈ ਕਿ ਕਾਂਗਰਸ ਨੂੰ ਨਾਲ ਰਲਣਾ ਕਰਕੇ ਤਗੜਾ ਕੀਤਾ ਜਾ ਰਿਹਾ ਸੀ, ਕਿਉਂਕਿ ਵਿਰੋਧ ਹੋਊਗਾ ਤੇ ਵਿਅਕਤੀ ਅੱਗੇ ਵਧੂਗਾ? ਦੇਖੋ, ਇਹ ਤਾਂ ਖੈਰ ਇਹ ਤਾਂ ਆਪਣਾ ਨਿੱਜੀ ਵਿਚਾਰ ਹੈ, ਇਹਦੇ ਵਿੱਚ ਨਾ ਤਸਵੀਰਾਂ ਕਈ ਹੁੰਦੀਆਂ। ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਇੱਕ ਉਹੀ ਗੱਲ ਨਾ ਜਿਹੜੀ ਆਪਾਂ ਪਹਿਲਾਂ ਕਰਕੇ ਹਟੇ ਹਾਂ। ਦੇਖੋ, ਜੇ ਅਸੀਂ ਕਹੀਏ ਨਾ ਵੀ ਪੰਜਾਬ ਦੇ ਵਿੱਚ ਕਾਂਗਰਸ ਮਤਲਬ ਇੰਪਰੂਵ ਹੋ ਜੂਗੀ ਜਾਂ ਕਾਂਗਰਸ ਨੂੰ ਕੋਈ ਤਕੜਾ ਕਰ ਦੂਗਾ, ਦੇਖੋ ਜਦੋਂ ਪੰਜਾਬੀ ਚੇਤਨਾ ਉੱਭਰ ਕੇ ਇਹ ਗੱਲ ਸਮਝਣ ਲੱਗ ਗਈ ਕਿ ਇਹ ਜਮਾਤ ਜਿਹੜੀ ਹੈ ਨਾ, ਇਹ ਸਾਡੇ ਖਿੱਤੇ ਦੇ ਵਾਸਤੇ ਅਨੁਕੂਲ ਹੀ ਨਹੀਂ ਹੈ, ਠੀਕ ਹੈ ਨਾ। ਤਾਂ ਹੁਣ ਅਗਲਾ ਸਵਾਲ ਆ ਜਾਊਗਾ, ਕਈ ਭਰਾ ਇਹ ਵੀ ਗੱਲ ਕਰ ਲੈਣਗੇ ਵੀ ਸਾਡੇ ਪੰਜਾਬੀ ਲੋਕ ਹੀ ਆ ਉਹਦੇ ਵਿੱਚ। ਉਹ ਭਾਈ ਖੁਦਗਰਜੀਆਂ ਦੇ ਮਾਰੇ ਲੋਕ ਤਾਂ ਬੜੇ ਹੁੰਦੇ ਨੇ, ਠੀਕ ਹੈ ਨਾ, ਲੀਡਰੀ ਚਾਹੀਦੀ ਸੀ। ਹੁਣ ਸਾਡੇ ਜਿੰਨੇ ਅੱਜ ਦੀਆਂ ਸਟੇਜਾਂ ਜਿਹੜੀਆਂ ਕਾਂਗਰਸ ਦੀਆਂ ਹੈਗੀਆਂ ਨੇ, ਇਹਦੇ ਤੇ ਬੋਲਣ ਵਾਲੇ ਲੋਕ ਜਾਂ ਜਿਹੜੇ ਇਹਨਾਂ ਨੂੰ ਛੱਡ ਕੇ ਜਾ ਚੁੱਕੇ ਲੋਕ ਨੇ, ਇਹ ਜਿਹੜਾ ਜਿੱਦੇ ਜਾ ਵੜਦਾ ਉਹਦੇ ਨੁਕਸ ਕੱਢਣ ਲੱਗ ਜਾਂਦੇ ਨੇ, ਕਿਉਂਕਿ ਅਸਲ 'ਚ ਤਾਂ ਸਾਰਿਆਂ ਨੂੰ ਪਤਾ ਹੈ ਨਾ ਵੀ ਅਸੀਂ ਸਾਰੇ ਭਾਂਡੇ ਹੈ ਕਿਹੋ ਜਿਹੇ ਆ। ਸੋ ਇਹ ਤਾਂ ਹੈਗਾ ਇੱਕ ਨਿੱਜੀ ਖਿਆਲ ਹੈ, ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਦਾ ਵੀ ਹੋ ਸਕੇ। ਪਰ ਮੈਨੂੰ ਨਹੀਂ ਲੱਗਦਾ ਕਿ ਮਤਲਬ ਕਾਂਗਰਸ ਨੂੰ ਕੋਈ ਉੱਪਰ ਚੁੱਕਣ ਵਾਸਤੇ, ਕਿਉਂਕਿ ਅਸਲੀਅਤ ਤਾਂ ਇਹਨਾਂ ਦੀਆਂ, ਜਿਵੇਂ ਹੁਣ ਵਿਜੀਲੈਂਸ ਨੇ ਜਿਹੜੀਆਂ ਕਾਰਵਾਈਆਂ ਕੀਤੀਆਂ ਨੇ, ਬੇਸ਼ੱਕ ਉਹ ਕਾਰਵਾਈਆਂ ਕਿਸੇ ਮੁਕਾਮ ਤੇ ਪਹੁੰਚਦੀਆਂ ਅਜੇ ਨਜ਼ਰ ਨਹੀਂ ਆਉਂਦੀਆਂ, ਪਰ ਫਿਰ ਵੀ ਉਹਦੇ ਨਾਲ ਇਹਨਾਂ ਦੀਆਂ ਤਸਵੀਰਾਂ ਤਾਂ ਕਲੀਅਰ ਹੋਈਆਂ ਨਾ ਲੋਕਾਂ ਦੇ ਵਿੱਚ। ਉਹ ਤਾਂ ਬਾਗੋ ਬਾਗ ਹੋਣਗੇ ਜੀ। ਹੁਣ
ਕੁਦਰਤੀ ਗੱਲ ਹੈ ਉਹਨਾਂ ਨੂੰ ਫਿਰ। ਹਾਂ, ਇਹ ਗੱਲ ਜ਼ਰੂਰ ਹੈਗੀ ਹੈ ਕਿ ਵੱਡਿਆਂ ਕਰਨ ਵਾਲੀ ਗੱਲ ਇਉਂ ਜ਼ਰੂਰ ਹੋਗੀ ਕਿ ਜਿੱਥੇ ਸੁੱਟਣਾ ਸੀ, ਜਿੱਥੋਂ ਦੇ ਉਹ ਹੱਕਦਾਰ ਸੀ, ਜਿਹੜੀਆਂ ਜੇਲ੍ਹਾਂ ਦੇ ਜਿਹੜੇ ਜੇਲ੍ਹਾਂ ਦੇ ਕਹਿ ਦਈਏ, ਜਾਂ ਆਪਾਂ ਇਹਨੂੰ ਜਿਹੜਾ ਸੌਖਾ ਜਿਹਾ ਸ਼ਬਦ ਇਹ ਵਰਤ ਲਈਏ ਕਿ ਜਿਸ ਤਰ੍ਹਾਂ ਦੀ ਵੀ ਸਜ਼ਾ ਦੇ ਉਹ ਹੱਕਦਾਰ ਸੀ। ਇਹ ਤਾਂ ਅਦਾਲਤ ਨੇ ਵੇਖਣਾ ਨਾ ਕਿ ਕਿਸ ਸਜ਼ਾ ਦੇ ਹੱਕਦਾਰ ਹੈ। ਸੋ ਜਿਸ ਤਰ੍ਹਾਂ ਦੀ ਵੀ ਉਹ ਸਜ਼ਾ ਦੇ ਹੱਕਦਾਰ ਸੀ, ਔਰ ਜਿਨ੍ਹਾਂ ਨੇ ਉਹ ਸਜ਼ਾ ਦਿਵਾਉਣੀਆਂ ਸੀ, ਉਹ ਜਦੋਂ ਉਹਨਾਂ ਦਾ ਹੱਥ ਢਿੱਲਾ ਹੋਊਗਾ, ਜਦੋਂ ਉਹ ਸਾਂਝੀਆਂ ਸਟੇਜਾਂ ਕਰਨਗੇ, ਜਦੋਂ ਸੀਟਾਂ ਦੀ ਸ਼ੇਅਰਿੰਗ ਕਰਨਗੇ, ਪੰਜਾਬ ਦੇ ਵਾਸਤੇ ਅੱਜ ਬੇਸ਼ੱਕ ਉਹ ਕਹਿੰਦੇ ਕਹਾਉਂਦੇ ਬੜੀਆਂ, ਉਹ ਕਿਉਂਕਿ ਇੱਕ ਦੀ ਸਟੇਜ ਉੱਧਰ, ਇੱਕ ਮਾਲਵੇ 'ਚ ਬੋਲੀ ਜਾਂਦਾ ਹੁੰਦਾ, ਇੱਕ ਦੁਆਬੇ 'ਚ ਬੋਲੀ ਜਾਂਦਾ ਹੁੰਦਾ, ਇੱਕ ਮਾਝੇ 'ਚ ਬੋਲੀ ਜਾਂਦਾ ਹੁੰਦਾ, ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਾਂ ਵੀ। ਪਰ ਕੀ ਕਰਨਗੇ? ਕਿਵੇਂ ਨਾ ਸੀਟ ਸ਼ੇਅਰਿੰਗ ਹੋਊਗੀ, ਕਿਵੇਂ ਨਾ ਰੈਲੀਆਂ ਇਕੱਠੀਆਂ ਹੋਣਗੀਆਂ? ਜਦੋਂ ਤੁਹਾਡੇ ਆਕਾ ਜਿਹੜੇ ਹੈਗੇ ਆ ਉਹ ਜੱਫੀ ਪਾਉਣਗੇ ਤਾਂ ਤੁਸੀਂ ਇੱਥੇ ਇੱਕ ਦੂਜੇ ਦੀ ਵਿਰੋਧਤਾ ਕਿਵੇਂ ਕਰ ਸਕਦੇ? ਇੱਥੇ ਵੀ ਜੱਫੀਆਂ ਪੈਣਗੀਆਂ, ਇੱਥੇ ਵੀ ਪੈਣੀਆਂ। ਜਿਵੇਂ ਮੰਨ ਲਓ ਇੱਕ ਸਟੇਜ ਦੇ ਉੱਤੇ ਜਿਵੇਂ ਲੜਕੇ ਇਲੈਕਸ਼ਨ, ਰਲ ਕੇ ਇਲੈਕਸ਼ਨ, ਰਲ ਕੇ ਰੈਲੀਆਂ, ਜਦੋਂ ਇੱਕ ਸਟੇਜ ਦੇ ਉੱਤੇ ਸਰਦਾਰ ਭਗਵੰਤ ਸਿੰਘ ਮਾਨ, ਸਰਦਾਰ ਸੁਖਪਾਲ ਸਿੰਘ ਖਹਿਰਾ ਜਾਂ ਪ੍ਰਤਾਪ ਸਿੰਘ ਬਾਜਵਾ ਇਕੱਠੇ ਬੈਠਣਗੇ, ਮਾਹੌਲ ਕਿੱਦਾਂ ਦਾ ਹੋਊਗਾ? ਬਿਲਕੁਲ ਜੀ, ਮਾਹੌਲ ਕੀ ਹੋਣਾ? ਮਾਹੌਲ ਦੇਖੋ, ਇਹਨਾਂ ਵਾਸਤੇ ਤਾਂ ਇਹ ਗੱਲ ਕੋਈ ਅਚੰਭੇਦਾਇਕ ਨਹੀਂ। ਜਲੰਧਰ ਦੇ ਵਿੱਚ ਇਕੱਠੇ ਹੋਏ ਨੇ, ਅਕਾਲੀ ਤੇ ਕਾਂਗਰਸ ਹੋਈ ਸੀ ਥੋੜਾ ਚਿਰ ਪਹਿਲਾਂ, ਸਰਦਾਰ ਬਰਜਿੰਦਰ ਸਿੰਘ ਹਮਦਰਦੋਰਾਂ ਵਾਲੇ ਮਸਲੇ ਦੇ ਵਿੱਚ, ਉੱਥੇ ਵੀ ਤਾਂ ਇਹ ਇਕੱਠੇ ਹੋਏ ਨੇ ਨਾ। ਲੋਕਾਂ ਦੇ ਵਾਸਤੇ ਇਹ ਗੱਲ ਅਚੰਭੇ ਵਾਲੀ ਜ਼ਰੂਰ ਲੱਗਦੀ ਹੈ, ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਸਲ ਦੇ ਵਿੱਚ ਕੀ ਹੈਗਾ ਕਿ ਇਹ ਦੇਖੋ, ਸਾਨੂੰ ਅੱਜ ਸਮਝ ਲੱਗੀ ਹੈ ਕਿ ਇਹ ਲੋਕ ਕੀ ਨੇ, ਪਰ ਇਹਨਾਂ ਨੂੰ ਖੁਦ ਨੂੰ ਤਾਂ ਪਤਾ ਹੀ ਹੈ ਨਾ ਕਿ ਅਸੀਂ ਕੀ ਹਾਂ। ਕਿਸ ਤਰ੍ਹਾਂ ਉੱਥੇ ਮਜੀਠੀਆ ਜੀ ਤੇ ਸਿੱਧੂ ਸਾਹਿਬ ਹੋਰਾਂ ਦੀਆਂ ਜੱਫੀਆਂ ਪਈਆਂ ਸੀ, ਉਸੇ ਤਰੀਕੇ ਨਾਲ ਇਹ ਪੈ ਜਾਣਗੀਆਂ। ਪਰ ਗੱਲ ਇਹ ਹੈ, ਸਾਡੇ ਵੱਲੋਂ ਜੱਫੀ ਪਾਉਣ, ਅਸੀਂ ਨਹੀਂ ਕਹਿੰਦੇ ਕਿ ਲੜਨ, ਸਾਡੇ ਵੱਲੋਂ ਜੱਫੀ ਪਾਉਣ, ਸਾਡੇ ਵੱਲੋਂ ਜੋ ਮਰਜ਼ੀ ਕਰਨ। ਜਿਹੜੀ ਦੁਖਦਾਈ ਗੱਲ ਹੈ ਉਹ ਇਹ ਹੈ, ਹੋਰ ਇਹਨਾਂ ਬਾਰੇ ਕੋਈ ਸ਼ੰਕਾ ਨਹੀਂ, ਇਹਨਾਂ ਬਾਰੇ ਸਭ ਕੁਝ ਕਲੀਅਰ ਹੈ। ਦੁਖਦਾਈ ਗੱਲ ਇਹ ਹੈ ਕਿ ਨਵੀਂ ਪੰਜਾਬੀ ਭਾਵਨਾ ਜਿਹੜੀ ਸੀ ਨਾ, ਉਹ ਆ ਨਵੇਂ ਟੋਲੇ ਦੇ ਪ੍ਰਤੀ ਇੱਕ ਵਿਸ਼ਵਾਸ ਬਣਿਆ ਹੋਇਆ ਸੀ। ਉਹ ਵਿਸ਼ਵਾਸ ਐਡੀ ਛੇਤੀ ਤੋੜ ਦੇਣਗੇ ਇਹ, ਔਰ ਇਹੋ ਜਿਹੀਆਂ ਛੋਟੀਆਂ ਗੱਲਾਂ ਤੇ ਤੋੜ ਦੇਣਗੇ। ਇਹ ਗੱਲ ਦੁਖਦਾਈ ਹੈ। ਇਸ ਤਰੀਕੇ ਨਾਲ ਜਦੋਂ ਲੋਕਾਂ ਦਾ ਵਿਸ਼ਵਾਸ ਟੁੱਟਦਾ ਨਾ, ਤਾਂ ਲੋਕਾਂ ਨੂੰ ਮਤਲਬ ਜਿਹੜਾ ਹੈ ਨਾ, ਫਿਰ ਉਸ ਤੋਂ ਬਾਅਦ ਅੱਗੇ ਕਿਸੇ ਤੇ ਵਿਸ਼ਵਾਸ ਕਰਨਾ ਜਿਹੜਾ ਹੈ ਉਹ 100 ਵਾਰੀ ਸੋਚਣਾ ਪੈਂਦਾ। ਸੋ ਇਹ ਜਿਹੜਾ ਹੁਣ ਅਜੇ 92 MLA ਇਹਨਾਂ ਦੇ ਘੱਲ ਕੇ ਉੱਥੇ ਇੱਕ ਐਡਾ ਵੱਡਾ ਮੈਂਡੇਟ ਦੇ ਕੇ ਪੰਜਾਬ ਦੇ ਲੋਕਾਂ ਨੇ, ਔਰ ਇਹ ਉਹਨਾਂ ਦਾ ਚਾਹੇ ਉੱਥੇ ਕਿਸੇ ਵੀ ਤਰ੍ਹਾਂ ਬਹੁਤ ਗੱਲਾਂ ਹੈਗੀਆਂ ਨੇ ਉਹਨਾਂ ਕੋਲੇ ਕਹਿਣ ਨੂੰ, ਆਉਣਗੇ ਇੱਥੇ ਕੇਜਰੀਵਾਲ ਸਾਹਿਬ, ਤੁਸੀਂ ਦੇਖਿਓ, ਉਹ ਕਹਿਣਗੇ ਜੀ ਮੋਦੀ ਜੀ ਕਾ ਰਾਹ ਰੋਕਨੇ ਕੇ लिए ਇੱਕੋ ਹੀ ਰਾਸਤਾ ਥਾ, ਇੱਕ ਹੀ ਰਾਸਤਾ ਥਾ। ਬਹੁਤ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ, ਠੀਕ ਹੈ, ਕੋਈ ਗੱਲ ਨਹੀਂ, ਉਹ ਸਮਝਾਉਣ ਦੀ ਕੋਸ਼ਿਸ਼ ਕਰਨਗੇ। ਪੰਜਾਬ ਇਸ ਦਿੱਲੀ ਦੀ ਸਿਆਸਤ ਨੂੰ ਪਿਛਲੇ ਲੰਬੇ ਸਮੇਂ ਤੋਂ ਦੇਖ ਰਿਹਾ ਹੈ, ਠੀਕ ਹੈ ਨਾ। ਕੇਜਰੀਵਾਲ ਸਾਹਿਬ ਤਾਂ ਹੁਣ ਆਏ ਨੇ ਨਾ, ਠੀਕ ਹੈ। ਅਸੀਂ ਸਾਡੇ ਨਾਲ ਅਜਿਹਾ ਹੀ ਕੁਛ, ਅਸੀਂ ਚਾਹੇ ਮਤਲਬ ਅਕਾਲੀ ਦਲ ਦੇ MP ਜਿਤਾ ਕੇ ਭੇਜਦੇ ਰਹੇ, ਚਾਹੇ ਕਾਂਗਰਸ ਦੇ ਜਿਤਾ ਕੇ ਭੇਜਦੇ ਰਹੇ, ਠੀਕ ਹੈ, ਚਾਹੇ ਉਹਨਾਂ ਦੀਆਂ ਕੋਈ ਕੋਲੀਸ਼ਨ ਸਰਕਾਰਾਂ ਬਣਦੀਆਂ, ਚਾਹੇ ਕੁਛ ਵੀ ਬਣਦੀਆਂ ਨੇ। ਸਾਨੂੰ ਇੱਕ ਗੱਲ ਕਲੀਅਰ ਹੈਗੀ ਹੈ ਕਿ ਸਾਡੀ ਸਟੇਟ ਦੀ ਰਿਪਰੈਜ਼ੈਂਟੇਸ਼ਨ ਇਸ ਮੁਲਕ ਦੇ ਵਿੱਚ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਸੀ, ਜੋ ਸਾਡਾ ਯੋਗਦਾਨ ਹੈ, ਜੋ ਪੰਜਾਬ ਦਾ ਰੋਲ ਹੈ, ਜੋ ਪੰਜਾਬ ਦੇ ਸਾਧਨ ਸਰੋਤ ਨੇ, ਉਹਦੇ ਵਾਸਤੇ ਜੋ ਗੱਲ ਹੋਣੀ ਚਾਹੀਦੀ ਸੀ, ਉਹ ਅੱਜ ਤੱਕ ਉਸ ਤਰੀਕੇ ਨਾਲ ਨਹੀਂ ਹੋਈ। ਔਰ ਸਾਨੂੰ ਇਹ ਲੱਗ ਰਿਹਾ ਹੈ ਕਿ ਅਸੀਂ ਜਿਹੜਾ ਨਵਾਂ ਵਿਸ਼ਵਾਸ ਕੀਤਾ ਸੀ, ਇੱਥੇ ਵੀ ਅਸੀਂ ਉਦੋਂ ਵੱਧ ਭੈੜੇ ਤਰੀਕੇ ਨਾਲ ਮੂੰਹ ਦੇ ਮੂੰਹ ਡਿੱਗੇ ਆ, ਉਹ ਸਾਡੀ ਅੱਜ ਵੀ ਉੱਥੇ ਨਹੀਂ ਹੋਣੀ। ਭਲਾ ਕੋਈ ਉੱਥੇ ਮਤਲਬ ਉਹ ਜਿੱਦਾਂ ਕਹੀਏ ਵੀ ਕਿੱਕਰ ਪੱਟ ਕੇ ਤੇ ਕਰੀਰ ਲਾ ਲਾਂਗੇ, ਠੀਕ ਹੈ, ਹੋ ਸਕਦਾ 2 ਪੈਰਾਂ 'ਚ ਕੰਡੇ ਘੱਟ ਵੱਜ ਜਾਣ, ਪਰ ਪੱਗ ਤਾਂ ਲਊਗੀ। ਜਿਵੇਂ ਜਿਹੜੀ ਚੇਤਨਤਾ ਦੀ ਗੱਲ ਹੋਈ ਹੈ, ਵਾਰ-ਵਾਰ ਗੱਲ ਹੋਈ ਹੈ, ਇਹ ਚੇਤਨਤਾ ਕਿੱਧਰ ਨੂੰ ਜਾਊਗੀ? ਪੰਜਾਬ ਦੇ ਵਿੱਚ ਕੋਈ ਨਵੀਂ ਪਾਰਟੀ, ਕੋਈ ਖੇਤਰੀ ਪਾਰਟੀ ਹੋਂਦ ਵਿੱਚ ਆਊਗੀ, ਜਾਂ ਕੀ ਕਰਨਗੇ ਲੋਕ? ਜੇ ਸਾਹਮਣੇ ਚਿਹਰੇ ਹੀ ਉਹੀ ਰਹਿ ਗਏ, ਫਿਰ ਕਿਸੇ ਨਾ ਕਿਸੇ ਨੂੰ ਤਾਂ ਚੁਣਨਾ ਪਊਗਾ। ਜੇ ਧਿਰਾਂ ਹੀ 3 ਰਹਿ ਗਈਆਂ ਜਿਹੜੀਆਂ ਪਹਿਲਾਂ ਲੜਦੀਆਂ ਨੇ, ਜਿਹੜੀਆਂ ਰਵਾਇਤੀ ਨੇ, ਤੇ ਫਿਰ ਲੋਕ ਕੀ ਕਰਨਗੇ? ਚੇਤਨਤਾ ਕਰੂਗੀ ਕੀ? ਦੇਖੋ, ਮੈਨੂੰ ਤਾਂ ਇਹ ਲੱਗ ਰਿਹਾ ਕਿ ਲੋਕ ਤਾਂ ਕਰੀ ਜਾ ਰਹੇ ਨੇ। ਲੋਕ ਜਿਹੜੇ ਹੈ ਨਾ, ਜੇ ਵੈਸੇ ਆਪਣਾ ਨਜ਼ਰੀਆ ਹੈ ਦੇਖਣ ਦਾ, ਦੇਖੋ, ਇੱਕ ਤਾਂ ਹੁੰਦੀਆਂ ਨੇ ਪੋਜੀਸ਼ਨਾਂ, ਜਿਵੇਂ ਕੋਈ ਪਾਰਟੀ ਦਾ ਹੋਣਾ, ਕੋਈ ਪਾਰਟੀ ਦਾ ਨਾਮ, ਇਹ ਗੱਲਾਂ ਹੁੰਦੀਆਂ ਨੇ। ਇੱਕ ਹੁੰਦੀ ਹੈ ਜਿਹੜੀ ਲੋਕ ਵੇਦਨਾ ਜਿਹੜੀ ਵਗ ਰਹੀ ਹੁੰਦੀ ਹੈ, ਸਮਾਜ 'ਚ ਵਿਚਰ ਰਹੀ ਹੁੰਦੀ ਹੈ, ਜਿਹੜੀ ਅੰਦਰ ਖਾਤੇ, ਜਿਹੜੀ ਸਾਨੂੰ ਦਿਸਦੀ ਨਹੀਂ। ਉਹ ਵੇਦਨਾ ਇਹ ਗੱਲ ਕਹਿ ਰਹੀ ਹੈ ਕਿ ਲੋਕ ਪੂਰੀ ਤਰ੍ਹਾਂ ਕਾਰਜਸ਼ੀਲ ਨੇ। ਲੋਕ ਅੱਜ ਮਤਲਬ ਜੇ ਲੋਕ ਕਾਰਜਸ਼ੀਲ ਨਾ ਹੁੰਦੇ, ਮੈਂ ਇਹ ਗੱਲ ਕਿਉਂ ਕਹਿੰਦਾ ਕਿ ਲੋਕ ਕਾਰਜਸ਼ੀਲ, ਲੋਕ ਸੁਚੇਤ ਨੇ, ਲੋਕ ਆਪਣਾ ਕੰਮ ਕਰ ਰਹੇ ਨੇ, ਮੈਂ ਇਹ ਕਿਉਂ ਕਹਿੰਦਾ? ਕਿਉਂਕਿ ਜੇਕਰ ਲੋਕ ਇਸ ਤਰ੍ਹਾਂ ਸੁਚੇਤ ਨਾ ਹੁੰਦੇ,
ਜੀ ਤਾਂ 50-50 60-60 ਹਜ਼ਾਰ ਵੋਟ ਦੇ ਉੱਤੇ ਜਿਤਾਏ ਹੋਏ ਐਮਐਲਏ ਔਰ ਐਡੀ ਵੱਡੀ ਗਿਣਤੀ ਦੇ ਵਿੱਚ ਜਿਤਾਏ ਹੋਏ ਐਮਐਲਏ, ਤਾਂ ਅੱਜ ਤਾਂ ਇੱਥੇ ਕਿਤੇ ਪੰਜਾਬ ਦੇ ਵਿੱਚ ਸੁੱਤੀ ਗੰਗਾ ਵਗਣੀ ਚਾਹੀਦੀ ਸੀ। ਪਰ ਜਗ੍ਹਾ ਜਗ੍ਹਾ ਦੇ ਉੱਪਰ ਲੋਕ, ਚਾਹੇ ਨਸ਼ੇ ਦਾ ਮਸਲਾ ਹੈ, ਲੋਕ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ, ਚਾਹੇ ਕਿਤੇ ਕਿਸੇ ਵੀ ਤਰ੍ਹਾਂ ਦਾ ਰਵਾਇਤੀ ਪੋਲਿਟਿਕਸ ਹੈ ਜਿਹੜੀ, ਉਹਨੂੰ ਕੋਈ ਮਤਲਬ ਕੋਈ ਸਪੇਸ ਨਹੀਂ ਦੇ ਰਹੇ। ਮੌਜੂਦਾ ਜ਼ਿੰਮੇਵਾਰ ਲੋਕ ਜਿਹੜੇ ਹੈਗੇ ਆ, ਚਾਹੇ ਸਾਡੇ ਮੰਤਰੀ, ਚਾਹੇ ਐਮਐਲਏ, ਚਾਹੇ ਕੋਈ ਅਧਿਕਾਰੀ ਜਿਹੜੇ ਹੈਗੇ ਆ, ਉਹਨਾਂ ਨੂੰ ਲੋਕ ਸਵਾਲ ਕਰ ਰਹੇ ਨੇ। ਸੋ ਬੇਸ਼ੱਕ ਉਹ ਸਵਾਲ ਕਰਨ ਦਾ ਜਿਹੜਾ ਤਰੀਕਾ ਹੈ ਉਹ ਕਿਤੇ ਨਾ ਕਿਤੇ, ਕਿਉਂਕਿ ਜਦੋਂ ਆਮ ਪਬਲਿਕ ਹੁੰਦੀ ਹੈ ਤਾਂ ਆਮ ਪਬਲਿਕ ਤੋਂ ਸਾਰਾ ਕੁਝ ਜਾਬਤੇ 'ਚ ਰਹਿ ਕੇ ਨਹੀਂ ਹੁੰਦਾ। ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਇਸ ਵੇਲੇ, ਉਹ ਮੈਂ ਇਹ ਸਮਝਦਾ ਹਾਂ ਕਿ ਜੇ ਆਪਾਂ ਇੱਥੇ ਮਤਲਬ ਇਹ ਗੱਲ ਕਰ ਰਹੇ ਹਾਂ ਤਾਂ ਇਹ ਸਾਡੀ ਬੇਨਤੀ ਸਾਡੇ ਆਪ ਦੇ ਭਰਾਵਾਂ ਨੂੰ ਹੋਣੀ ਚਾਹੀਦੀ ਹੈ ਕਿ ਜਿੰਨਾ ਜਾਬਤੇ 'ਚ ਰਹਿ ਕੇ ਅਸੀਂ ਆਪਦੀਆਂ ਭਾਵਨਾਵਾਂ, ਆਪਦੀਆਂ ਤਕਲੀਫਾਂ, ਆਪਦੇ ਦੁੱਖ ਜਿਹੜੇ ਹੈਗੇ ਆ, ਉਹ ਜਿੰਨਾ ਅਸੀਂ ਜਾਬਤੇ 'ਚ ਰਹਿ ਕੇ ਦੱਸਾਂਗੇ ਨਾ, ਉਹਨਾਂ ਦਾ ਹੱਲ ਨੇੜੇ ਹੋਊਗਾ। ਸੋ ਉਹ ਜਿਹੜੀ ਉਹ ਗੱਲ ਹੈ ਨਾ, ਜਿਹੜੀ ਲੋਕ ਕਰ ਰਹੇ ਨੇ, ਚਾਹੇ ਉਹ ਤੁਸੀਂ ਦੇਖੋ ਨਸ਼ਿਆਂ ਦੇ ਮਸਲੇ ਦੇ ਉੱਤੇ ਆ, ਨਸ਼ਿਆਂ ਦਾ ਮੁੱਦਾ ਜਿਹੜਾ ਹੈਗਾ, ਇਹ ਮਤਲਬ ਪਿਛਲੇ 8-10 ਸਾਲ ਤੋਂ ਇਹ ਕੋਈ ਮਤਲਬ ਐ ਨਹੀਂ ਹੈਗਾ ਕਿ ਅੱਜ ਬਹੁਤ ਵੱਡਾ ਹੋ ਗਿਆ। ਇਹ 8-10 ਸਾਲ ਤੋਂ ਬੜੇ ਛੜਯੰਤਰੀ ਤਰੀਕੇ ਦੇ ਨਾਲ, ਜਦੋਂ ਦੀ ਇੱਕ ਸੀਗਾ ਪਹਿਲਾਂ ਰਵਾਇਤੀ ਸਮਗਲਿੰਗ, ਜਿਹੜੀ ਕਿ ਮਤਲਬ ਬੜੇ ਸਮਿਆਂ ਤੋਂ ਚੱਲਦੀ ਆ ਰਹੀ ਸੀ, ਉਹ ਜਿਹੜੀ ਸੀਗੀ ਉਹ ਨੈਚੁਰਲ ਚੀਜ਼ਾਂ ਦੀ, ਨੈਚੁਰਲ ਤਰੀਕੇ ਦੇ ਨਾਲ ਸਮਗਲਰਸ ਆਉਂਦੇ ਸੀਗੇ, ਪੁਲਿਸ ਤੋਂ ਕੋਈ ਮਾੜਾ ਮੋਟਾ ਅੱਖੋਂ ਪਰੋਖੇ ਕਰਤਾ, ਕੋਈ ਵਿੱਚ ਕਾਲੀਆਂ ਭੇਡਾਂ ਹੁੰਦੀਆਂ ਨੇ ਸਿਸਟਮ ਦੇ ਵਿੱਚ, ਉਹਨਾਂ ਨਾਲ ਕੋਈ ਗੰਢ ਤੁੱਪ ਕਰ ਲਿਆ ਤਾਂ ਉਹ ਉਸ ਤਰੀਕੇ ਨਾਲ ਚੱਲਦੀ ਸੀ। ਉਦੋਂ ਬਾਅਦ ਜਦੋਂ ਦਾ ਇਹ ਜਿਹੜਾ ਆਹ ਸਿੰਥੈਟਿਕ ਨਸ਼ੇ ਨੇ ਆਪਦਾ ਇੱਕ ਬਿਜ਼ਨਸ ਦੇ ਰੂਪ ਦੇ ਵਿੱਚ ਇੱਕ ਮਾਡਲ ਖੜਾ ਕੀਤਾ, ਇਹ ਕੋਈ ਐ ਨਹੀਂ ਕਿ ਅੱਜ ਹੁਣ ਆਪ ਦੀ ਸਰਕਾਰ ਵੇਲੇ ਹੋ ਗਿਆ, ਇਹ ਪਹਿਲਾਂ ਤੋਂ ਚੱਲ ਰਿਹਾ। ਪਰ ਤੁਸੀਂ ਇੱਕ ਗੱਲ ਦੇਖੋ ਕਿ ਪਹਿਲਾਂ ਲੋਕਾਂ ਦੇ ਵਿੱਚ ਇਸ ਦੇ ਪ੍ਰਤੀ ਇੰਨਾ ਵੱਡਾ ਵਿਦਰੋਹ ਤੇ ਵਿਰੋਧ ਨਹੀਂ ਸੀਗਾ, ਉਹ ਹੁਣ ਹੈ ਨਾ। ਦੂਸਰਾ ਨੰਬਰ, ਕਿਸਾਨੀ ਦੀ ਗੱਲ ਕਰ ਲਓ। ਕਿਸਾਨੀ ਦੇ ਮਸਲੇ ਦੇ ਵਿੱਚ ਲੋਕਾਂ ਦੇ ਵਿੱਚ ਮਤਲਬ ਜਿਹੜੀ ਚੇਤਨਾ ਵਧੀ ਹੈ, ਉਹ ਇਹ ਨਹੀਂ ਹੈ ਕਿ ਹੁਣ ਅੱਜ ਜਿਹੜਾ ਹੈਗਾ ਕਿਸਾਨੀ ਦੇ ਵਿੱਚ ਸਮੱਸਿਆਵਾਂ ਵੱਡੀਆਂ ਹੋ ਗਈਆਂ ਜਾਂ ਕੋਈ ਨਵੀਆਂ ਸਮੱਸਿਆਵਾਂ ਉੱਭਰ ਆਈਆਂ ਤਾਂ ਕਿਸਾਨੀ ਦੇ ਵਿੱਚ ਵੀ ਇਹ ਜਿਹੜਾ ਕੁਛ ਹੈਗਾ, ਜੋ ਕਿਸਾਨੀ ਦੇ ਹਾਲਾਤ ਨੇ, ਇਹ ਪਿਛਲੇ 15-20 ਸਾਲਾਂ ਤੋਂ ਲਗਾਤਾਰ ਬਣਦੇ ਹੀ ਆ ਰਹੇ ਨੇ। ਔਰ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਲੋਕ ਚੇਤਨਾ ਉੱਭਰਦਿਆਂ ਉਹ ਮਤਲਬ ਉੱਭਰ ਰਹੀ ਸੀ। ਔਰ ਸਭ ਤੋਂ ਵੱਡੀ ਗੱਲ ਹੋਈ ਕਿ ਜਿਹੜਾ ਪੰਜਾਬੀ ਦਾ ਇੱਕ ਕਰੈਕਟਰ ਵੀ ਹੈ, ਪੰਜਾਬੀ ਦਾ ਇੱਕ ਸੁਭਾਅ ਹੈ ਕਿ ਜਦੋਂ ਇਹ ਵਿਸ਼ਵਾਸ ਬੜਾ ਕਰਦਾ ਹੈ, ਤੇ ਵਿਸ਼ਵਾਸ ਜਦੋਂ ਕੋਈ ਵਿਸ਼ਵਾਸਘਾਤ ਕਰ ਦਿੰਦਾ ਫਿਰ ਇਹਨੂੰ ਮਤਲਬ ਤਕਲੀਫ ਬੜੀ ਹੁੰਦੀ ਹੈ। ਅੱਜ ਮੈਨੂੰ ਇਹ ਲੱਗਦਾ ਕਿ ਪੰਜਾਬੀ ਜਿਹੜਾ ਹੈ ਨਾ, ਉਹ ਇਹ ਗੱਲ ਮਹਿਸੂਸ ਕਰ ਰਿਹਾ ਵੀ ਜਿਹੜਾ ਵਿਸ਼ਵਾਸਘਾਤ ਹੋਇਆ ਨਾ, ਇਹ ਵਿਸ਼ਵਾਸਘਾਤ ਨਹੀਂ ਸੀ ਹੋਣਾ ਚਾਹੀਦਾ। ਮੈਂ ਇਹਦੇ ਵਿੱਚ ਕੋਈ ਸਿਆਸੀ ਉਹ ਨਹੀਂ ਗੱਲ ਕਰਨੀ ਚਾਹੁੰਦਾ, ਮੈਂ ਕੋਈ ਮੌਜੂਦਾ ਸਰਕਾਰ ਨੂੰ, ਮੈਂ ਤਾਂ ਬਲਕਿ ਵਾਰ-ਵਾਰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਇਹ ਭਾਵਨਾ ਬਣ ਰਹੀ ਹੈ ਲੋਕਾਂ ਦੀ ਕਿ ਸਾਡੇ ਨਾਲ ਵਿਸ਼ਵਾਸਘਾਤ ਹੋਇਆ, ਉਹਨੂੰ ਮੌਜੂਦਾ ਸਰਕਾਰ ਕੋਲੇ ਸਾਰੇ ਪ੍ਰਬੰਧ ਨੇ, ਇੰਨਾ ਵੱਡਾ ਮੈਂਡੇਟ ਹੈ, ਉਹਨਾਂ ਨੂੰ ਇਸ ਭਾਵਨਾ ਨੂੰ ਰੋਕਣ ਵਾਸਤੇ ਕਿਰਿਆਸ਼ੀਲ ਹੋਣਾ ਚਾਹੀਦਾ। ਉਹਨਾਂ ਨੂੰ ਵੱਧ ਤੋਂ ਵੱਧ ਸੁਚੇਤ ਹੋ ਕੇ, ਵੱਧ ਤੋਂ ਵੱਧ ਇਸ ਤਰ੍ਹਾਂ, ਜਿਸ ਤਰ੍ਹਾਂ ਹੁਣ ਆਹ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਗੱਲਾਂ ਹੋਈਆਂ ਨੇ, ਜੋ ਸੀਐਮ ਸਾਹਿਬ ਨੇ ਬਿਆਨ ਦਿੱਤੇ ਨੇ ਪਟਵਾਰੀਆਂ ਦੇ ਮਾਮਲੇ 'ਚ ਜਾਂ ਕੁਛ ਵੀ, ਦੇਖੋ ਕੁਛ ਕੁ % ਲੋਕਾਂ ਨੇ ਤੁਹਾਡੀ ਵਾਹ ਕਰਨੀ ਹੈ, ਭਲਾ ਤੁਸੀਂ ਜੋ ਮਰਜ਼ੀ ਕਹਿ ਦਿਓ। ਇਹ ਤਾਂ ਸੀਐਮ ਸਾਹਿਬ ਤਾਂ ਆਪ ਹੀ ਦੱਸਦੇ ਰਹੇ ਆ। ਸੁਖਬੀਰ ਸਿੰਘ ਬਾਦਲ ਦੇ ਮਾਮਲੇ 'ਚ, ਉਹਨਾਂ ਦੇ ਬਿਆਨਾਂ ਦੇ ਮਾਮਲੇ 'ਚ ਇਹ ਕਹਿੰਦੇ ਹੁੰਦੇ ਸੀ, ਕਿੰਨਾ ਕੁਛ ਬੋਲਦੇ ਰਹੇ ਨੇ। ਚਲੋ ਹੁਣ ਆਪਾਂ ਉਹ ਗੱਲਾਂ ਵਿਸਥਾਰ 'ਚ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਮਸਲਾ ਆਪਣੀ ਵਿਚਾਰ ਜਿਹੜੀ ਹੈਗੀ ਉਹ ਸੀਰੀਅਸ ਹੈ। ਸੋ ਮਤਲਬ ਕੁਝ % ਲੋਕ ਤਾਂ ਉਦੋਂ ਜਿਨ੍ਹਾਂ ਨੂੰ ਇਹ ਕਹਿੰਦੇ ਸੀ, ਉਹਨਾਂ ਨੂੰ ਵੀ ਤਾਂ ਤਾੜੀਆਂ ਮਾਰਦੇ ਸੀ। ਉਹ ਸਾਨੂੰ ਅੱਜ ਉਹੀ ਭੁਲੇਖਾ ਕਿਉਂ ਪੈਣ ਲੱਗ ਗਿਆ? ਠੀਕ ਹੈ ਨਾ, ਸਾਨੂੰ ਵੀ ਤਾਂ ਇਹ ਭੁਲੇਖਾ ਪੈ ਰਿਹਾ ਹੈ ਨਾ, ਸਾਨੂੰ ਇਹ ਲੱਗ ਰਿਹਾ ਹੈ ਕਿ ਅਸੀਂ ਮਤਲਬ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ, ਇਹ ਸ਼ਾਇਦ ਮਤਲਬ ਬਹੁਤ ਐਕਸੈਪਟੇਬਲ ਨੇ। ਐਕਸੈਪਟੇਬਲ ਨਹੀਂ ਹੁੰਦੀਆਂ। ਐਕਸੈਪਟੇਬਲ ਤਾਂ ਸੱਚਾਈ ਹੁੰਦੀ ਹੈ, ਅਸਲੀਅਤ ਹੁੰਦੀ ਹੈ, ਸਿੰਸੀਅਰਿਟੀ ਹੁੰਦੀ ਹੈ, ਜਿਹੜੀ ਮਤਲਬ ਜਿਹੜੀ ਰਾਜਨੀਤਿਕ, ਜਦੋਂ ਤੁਸੀਂ ਕਿਸੇ ਰਾਜਨੀਤਿਕ ਮੁਕਾਮ ਤੇ ਹੋ, ਕਿਸੇ ਜ਼ਿੰਮੇਵਾਰ ਪੋਜੀਸ਼ਨ ਤੇ ਹੋ, ਉੱਥੇ ਜਿਹੜਾ ਮੇਰੇ ਬਾਬੇ ਨਾਨਕ ਦਾ ਜਿਹੜਾ ਸਰਬੱਤ ਦੇ ਭਲੇ ਦਾ ਜਿਹੜਾ ਕਨਸੈਪਟ ਹੈ ਨਾ, ਉਹ ਉੱਥੇ ਤੁਹਾਨੂੰ ਉਹ ਪੂਰੀ ਤਰ੍ਹਾਂ ਡਿਲੀਵਰ ਕਰਨਾ ਪੈਣਾ ਹੈ। ਉਹਦੇ ਵਿੱਚ ਰਹਿ ਕੇ, ਉਸ ਜਾਬਤੇ 'ਚ ਰਹਿ ਕੇ ਕੀਤੀ ਗੱਲ ਹੀ ਠੀਕ ਰਹੂਗੀ। ਸੋ ਇਹ ਕਿਤੇ ਨਾ ਕਿਤੇ ਸਾਨੂੰ ਭੁਲੇਖਾ ਪੈ ਰਿਹਾ ਹੈ। ਮੈਂ ਸੀਐਮ ਸਾਹਿਬ ਨੂੰ ਵੀ ਇਸ ਗੱਲ ਦੇ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਬੇਨਤੀ ਕਰਦਾ ਕਿ ਇਸ ਤਰੀਕੇ ਨਾਲ ਦੇਖੋ, ਪਟਵਾਰੀਆਂ ਦੇ ਧਰਨੇ ਦੀ ਗੱਲ ਦਾ ਇਸ਼ੂ ਬਣਿਆ,
ਇੱਕ ਪਾਸੇ ਇਹ ਗੱਲ ਲੱਗ ਰਹੀ ਹੈ ਕਿ ਵਾਕਿਆ ਯਾਰ ਇੰਨੀ ਵੱਡੀ ਬੇਰੁਜ਼ਗਾਰੀ ਹੈ, ਜੇ ਕੁਝ ਲੋਕ ਮਤਲਬ ਕਲਮਾਂ ਛੱਡ ਕੇ ਬੈਠਦੇ ਆ ਤੇ ਉੱਥੇ ਸਾਡੇ ਅੱਜ 3 ਕਰੋੜ ਪੰਜਾਬੀਆਂ ਦੀ ਰਿਪਰੈਜ਼ੈਂਟੇਸ਼ਨ ਮਾਨ ਸਾਹਿਬ ਕਹਿੰਦੇ ਹੁੰਦੇ ਆ ਮੈਂ ਕਰ ਰਿਹਾ। ਪਹਿਲੀ ਗੱਲ ਤਾਂ ਇਹ ਹੈ ਕਿ 3 ਕਰੋੜ ਦੇ ਵਿੱਚ ਪਟਵਾਰੀ ਵੀ ਆਉਂਦੇ ਆ, ਮੁਲਾਜ਼ਮ ਵੀ ਆਉਂਦੇ ਆ, ਉਹ ਵੀ ਵਿੱਚ ਹੀ ਆਉਣਗੇ ਨਾ। ਦੂਸਰੀ ਗੱਲ ਉਹ ਸਾਨੂੰ ਇੱਕ ਪਾਸਾ ਦਿਸਦਾ ਉਹਦਾ ਜੀ, ਪਰ ਕੀ ਉਸ ਤੋਂ ਪਹਿਲਾਂ ਅਸੀਂ ਇਹ ਨਹੀਂ ਸੋਚਾਂਗੇ ਕਿ ਜਿਹੜੇ ਰਾਈਟਸ ਨੇ, ਜਿਹੜੇ ਕਾਨੂੰਨ ਨੇ ਸਾਨੂੰ ਸੀਐਮ ਬਣਾਇਆ, ਜਿਹੜੇ ਕਾਨੂੰਨ ਨੇ ਸਾਨੂੰ ਐਮਐਲਏ ਬਣਾਇਆ, ਮੰਤਰੀ ਬਣਾਇਆ, ਸਾਨੂੰ ਉਹਨਾਂ ਪੋਜੀਸ਼ਨਾਂ ਤੇ ਉਹਨਾਂ ਬਿਲਡਿੰਗਾਂ 'ਚ, ਉਹਨਾਂ ਅਦਾਰਿਆਂ ਦੇ ਵਿੱਚ ਸਾਨੂੰ ਮਤਲਬ ਇੱਕ ਮੁਕਾਮ ਦਿੱਤਾ ਹੋਇਆ ਹੈ, ਉਸੇ ਨੇ ਹੀ ਹਰੇਕ ਛੋਟੇ ਤੋਂ ਛੋਟੇ ਅਧਿਕਾਰੀ ਨੂੰ ਪੀਐਨ ਤੋਂ ਲੈ ਕੇ ਤੇ ਚੀਫ ਸੈਕਟਰੀ ਤੱਕ ਉਸੇ ਨੇ ਦਿੱਤੀ ਹੋਈ ਹੈ। ਉਹਦੇ ਪ੍ਰੋਟੋਕਾਲ ਦੇ ਵਿੱਚ ਰਹਿ ਕੇ ਜੇ ਕੋਈ ਗੱਲ ਕਰਦਾ, ਇਹ ਗੱਲ ਸੀਐਮ ਸਾਹਿਬ ਜਦੋਂ ਲੰਬਾ ਸਮਾਂ ਧਰਨਾ ਚੱਲ ਕੇ ਅਗਰ ਲੋਕਾਂ ਨੂੰ ਪਰੇਸ਼ਾਨੀ ਆਈ ਹੁੰਦੀ, ਉਸ ਤੋਂ ਬਾਅਦ ਲੋਕ ਭਾਵਨਾਵਾਂ ਨੂੰ ਵੇਖ ਕੇ ਕੋਈ ਸੀਐਮ ਇਹ ਗੱਲ ਕਰੇ ਕਿ ਉਦੋਂ ਤਾਂ ਅਜੇ ਫਿਰ ਵੀ ਗੱਲ ਕਿਸੇ ਹੱਦ ਤੱਕ ਠੀਕ ਹੈ, ਪਰ ਕੋਈ ਮਤਲਬ ਕੋਈ ਵਿਭਾਗ, ਕੋਈ ਕਰਮਚਾਰੀ ਸਮੂਹ, ਕੋਈ ਕਿਸਾਨ ਗਰੁੱਪ, ਕੋਈ ਵੀ ਗਰੁੱਪ ਜਿਹੜਾ ਹੈ, ਕੋਈ ਮਜ਼ਦੂਰ ਗਰੁੱਪ, ਅਗਰ ਕੋਈ ਆਪਣੇ ਹੱਕਾਂ ਦੀ ਖਾਤਰ ਮਤਲਬ ਕੋਈ ਐਲਾਨ ਕਰਦਾ ਹੈ ਕਿ ਅਸੀਂ ਕਲਮ ਛੋੜ ਕਰਾਂਗੇ ਜਾਂ ਅਸੀਂ ਮਤਲਬ ਕੋਈ ਧਰਨਾ ਦੇਵਾਂਗੇ ਜਾਂ ਮੁਜ਼ਾਹਰਾ ਕਰਾਂਗੇ, ਤਾਂ ਉਸ ਦੇ ਉੱਤੇ ਉਸੇ ਵੇਲੇ ਇਸ ਤਰ੍ਹਾਂ ਦਾ ਇਸਮਾ ਵਗੈਰਾ ਵਰਗੇ ਕਾਨੂੰਨਾਂ ਦਾ ਮਤਲਬ ਜਿਹੜਾ ਹੈਗਾ ਦਬਕਾ ਮਾਰਨਾ ਔਰ ਮਤਲਬ ਉਸ ਚੀਜ਼ ਨੂੰ ਫਿਰ ਬਹੁਤ ਵੱਡੇ ਲੈਵਲ ਤੇ ਪ੍ਰਚਾਰਿਤ ਕਰਨਾ। ਹਾਲਾਂਕਿ ਅੰਦਰ ਖਾਤੇ ਸਰਕਾਰਾਂ ਨੂੰ ਅਜਿਹਾ ਕੁਝ ਕਰਦੇ ਰਹਿਣਾ ਵੀ ਚਾਹੀਦਾ, ਮੈਂ ਇਸ ਗੱਲ ਨਾਲ ਨਹੀਂ, ਅੰਦਰ ਖਾਤੇ ਤੁਹਾਡਾ ਅੰਦਰੂਨੀ ਮਾਮਲਾ ਹੈ, ਤੁਸੀਂ ਕੋਈ ਦਬਕਾ ਮਾਰਨਾ ਚਾਹੁੰਦੇ ਹੋ ਦਬਕਾ ਮਾਰ ਲਓ, ਪਰ ਪਬਲਿਕਲੀ ਥੋੜ੍ਹਾ ਤੁਸੀਂ ਇਸ ਤਰੀਕੇ ਨਾਲ ਕਰੋਗੇ, ਤੁਸੀਂ ਤਾਂ ਉਹਨਾਂ ਚੀਜ਼ਾਂ ਨੂੰ ਉਜਾਗਰ ਕਰ ਰਹੇ ਹੋ। ਸੋ ਉੱਥੇ ਜਾ ਕੇ, ਔਰ ਉਹ ਵੀ ਖਾਸ ਤੌਰ ਤੇ ਉਹ ਸਰਕਾਰ ਜਿਹੜੀ ਧਰਨਿਆਂ ਦੀ ਨੁਮਾਇੰਦਗੀ ਕਰਦੀ ਰਹੀ ਹੈ, ਜਿਹੜੀ ਵਾਰ-ਵਾਰ ਇਹ ਗੱਲ ਕਹਿੰਦੀ ਰਹੀ ਹੈ ਕਿ ਅਸੀਂ ਤਾਂ ਧਰਨਾ ਲੱਗਣ ਨਹੀਂ ਦੇਵਾਂਗੇ, ਖੁਦ ਧਰਨਿਆਂ ਦੇ ਵਿੱਚ ਉਪਜੀ ਹੋਈ ਹੈ, ਧਰਨਿਆਂ ਦੇ ਵਿੱਚ ਬੈਠਦੇ ਰਹੇ ਹਾਂ। ਲਾਸਟ ਤੇ ਮੈਂ ਗੱਲ ਇੱਕ ਕਹਾਂ ਕਿ ਜਿਹੜਾ ਇੱਕ ਆਪਾਂ ਕਹਿ ਲਈਏ ਗਰੰਟੀ ਸੀਗੀ ਕਿ ਪੰਜਾਬ ਦੇ ਵਿੱਚ ਧਰਨੇ ਨਹੀਂ ਲੱਗਣ ਦੇਵਾਂਗੇ, ਉਹ ਗਰੰਟੀ ਤਾਂ ਨਹੀਂ ਪੂਰੀ ਕਰ ਰਹੇ। ਇਹੀ ਕਿਹਾ ਜਾ ਸਕਦਾ ਕਿਉਂਕਿ ਗਰੰਟੀਆਂ ਅਜੇ ਬਾਕੀ ਪਈਆਂ ਨੇ, ਠੀਕ ਹੈ ਨਾ, ਅਜੇ ਤਾਂ ਬੀਬੀਆਂ ਵਾਲੀਆਂ ਗਰੰਟੀਆਂ ਬਾਕੀ ਪਈਆਂ ਨੇ। ਪਹਿਲੀਆਂ ਜਿਹੜੀਆਂ ਪੂਰੀਆਂ ਕੀਤੀਆਂ ਉਹਨਾਂ ਨੇ ਜਿਹੜਾ ਮਤਲਬ ਜਿਹੜਾ ਅੰਦਰੇ ਅੰਦਰ ਭੁਚਾਲ ਲਿਆਂਦਾ ਪਿਆ, ਉਹ ਚੀਜ਼ਾਂ ਬਾਕੀ ਪਈਆਂ ਨੇ, ਉਹਨਾਂ ਨਾਲ ਨਜਿੱਠਣਾ। ਕਿਉਂਕਿ ਵੇਖੋ ਐਲਾਨ ਕਰ ਲਏ ਨੇ ਜਾਂ ਕੋਈ ਮਤਲਬ ਕਰ ਦੇਣਾ, ਉਹ ਤਾਂ ਤੁਸੀਂ ਉਸ ਪੋਜੀਸ਼ਨ ਤੇ ਪਹੁੰਚ ਗਏ, ਤੁਸੀਂ ਜੋ ਮਰਜ਼ੀ ਕਰ ਦਿਓ। ਤੁਸੀਂ ਅੱਜ ਇਹ ਐਲਾਨ ਕਰ ਦਿਓ ਕਿ ਕੱਲ ਤੋਂ ਜੀ ਮਤਲਬ ਜਿਹੜੀ ਹੈਗੀ ਹੈ ਇੱਕ ਬਕਾਇਦਾ ਇੱਕ ਪਲੇਟ ਦੇ ਵਿੱਚ ਖਾਣਾ ਆਇਆ ਕਰੂਗਾ ਹਰੇਕ ਨਾਗਰਿਕ ਦੇ ਘਰੇ, ਤਾਂ ਤੁਹਾਨੂੰ ਐਲਾਨ ਕਰ ਸਕਦੇ ਹੋ, ਤੁਹਾਡੇ ਕੋਲ ਅਧਿਕਾਰ ਹੈ। ਪਰ ਗੱਲ ਤਾਂ ਇਹ ਹੈ ਉਦੋਂ ਬਾਅਦ ਉਹਦੇ ਨਾਲ ਚੱਲਣਾ, ਉਹਦੇ ਨਾਲ ਅੱਗੇ ਵਧਣਾ, ਸਟੇਬਲ ਰੱਖਣਾ, ਇਹ ਕੁਝ ਐਸਾ ਹੁੰਦਾ ਹੈ ਜਿਹੜਾ ਸਾਨੂੰ ਸੋਚ ਸਮਝ ਕੇ ਕਰਨਾ ਚਾਹੀਦਾ। ਮੈਂ ਤਾਂ ਇਹ ਸਮਝਦਾ ਹਾਂ ਕਿ ਘੱਟੋ ਘੱਟ ਮਤਲਬ ਜਿਸ ਸਮੇਂ ਦੇ ਵਿੱਚ ਅੱਜ ਜਿਸ ਸਮੇਂ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, ਸਾਡੇ ਕੋਲੇ 2-3 ਸਾਡੇ ਸਾਹਮਣੇ ਚੈਲੰਜ ਹੈ। ਇੱਕ ਤਾਂ ਵੇਖੋ ਅਸੀਂ ਨੈਸ਼ਨਲ ਲੈਵਲ ਤੇ ਫੈਸਲੇ ਕਰਨੇ ਆ, ਅਸੀਂ ਆਉਣ ਵਾਲੇ 5 ਸਾਲਾਂ ਵਾਸਤੇ ਮਤਲਬ ਪੰਜਾਬ ਦੇ ਲੋਕਾਂ ਨੇ ਆਪਣੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਭੇਜਣੀ ਹੈ। ਜਦੋਂ ਪਹਿਲਾਂ ਅਸੀਂ ਅਵੇਸਲੇ ਰਹਿ ਕੇ ਜੋ ਮਰਜ਼ੀ ਭੇਜਦੇ ਰਹੇ, ਉਹਦੇ ਮੌਕੇ 2 ਆਏ ਸੀ ਚੇਤਨਾ ਵਧਣ ਤੋਂ ਬਾਅਦ। ਇੱਕ ਮੌਕਾ ਆਇਆ ਸੀਗਾ ਜਦੋਂ ਇਸ ਸਰਕਾਰ ਨੇ ਆਪਦੇ ਰਾਜ ਸਭਾ ਮੈਂਬਰ ਭੇਜਣੇ ਸੀ, ਉੱਥੇ ਅਸੀਂ ਖੁੰਝੇ ਹਾਂ। ਇਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਅਸੀਂ ਖੁੰਝੇ ਹਾਂ, ਫੈਸਲਾ ਕਿਸੇ ਵਜ੍ਹਾ ਕਰਕੇ ਹੋਵੇ, ਇਹਨਾਂ ਦੀ ਹਾਈ ਕਮਾਂਡ ਕਰਕੇ ਹੋਵੇ, ਜਾਂ ਆਪਾਂ ਇਹ ਵੀ ਇਹਨਾਂ ਨੂੰ ਮੌਕਾ ਦੇ ਦਿੰਦੇ ਹਾਂ, ਚਲੋ ਇੱਕ ਵਾਰੀ ਇਹ ਕਹਿ ਦਿੰਦੇ ਹਾਂ ਵੀ ਹੋ ਸਕਦਾ ਇਹਨਾਂ ਨੇ ਸੋਚਿਆ ਹੋਵੇ ਕਿ ਅਸੀਂ ਠੀਕ ਕਰ ਰਹੇ ਹਾਂ, ਪਰ ਉਹਦੇ ਤੋਂ ਸਿੱਖ ਲੈਣ, ਕਿਉਂਕਿ ਪ੍ਰੋਪਰ ਰਿਪਰੈਜ਼ੈਂਟੇਸ਼ਨ ਨਹੀਂ ਹੋਈ ਨਾ, ਇਹ ਤਾਂ ਗੱਲ ਇਹਨਾਂ ਨੂੰ ਵੀ ਦਿਸ ਰਹੀ ਹੈ ਨਾ। ਸੋ ਅਸੀਂ ਇੱਕ ਤਾਂ ਸਾਡੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਅਸੀਂ ਪ੍ਰੋਪਰ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਹੈ ਆਪਣੀ ਸਟੇਟ ਦੀ, ਉਹ ਸੈਂਟਰ ਦੇ ਵਿੱਚ ਕਰਨੀ ਹੈ। ਸਾਨੂੰ ਉਹਦੇ ਵਾਸਤੇ ਬਹੁਤ ਵੱਡੀ ਚੇਤਨਾ ਦੇ ਵਿੱਚ, ਜਾਬਤੇ ਦੇ ਵਿੱਚ ਰਹਿ ਕੇ, ਆਪਣੀ ਚੇਤਨਾ ਦੇ ਵਿੱਚੋਂ ਉਭਾਰ ਕੇ ਆਪਣੀ ਸਮਝ ਜਿਹੜੀ ਹੈ ਉਹਦੇ ਨਾਲ ਅਗਲੀ ਚੋਣ ਕਰਨੀ ਚਾਹੀਦੀ ਹੈ। ਔਰ ਦੂਸਰੀ ਗੱਲ, ਜਿਹੜੀ ਸਾਡੇ ਕੋਲੇ ਮੌਜੂਦਾ ਐਡੇ ਵੱਡੇ ਮੈਂਡੇਟ ਦੇ ਨਾਲ ਚੁਣੀ ਹੋਈ ਸਰਕਾਰ ਹੈ, ਇਸ ਸਰਕਾਰ ਨੂੰ ਸਾਨੂੰ ਵਾਰ-ਵਾਰ ਬੇਨਤੀ ਇਹ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਰਵਾਇਤੀ ਪੋਲਿਟਿਕਸ ਨੂੰ ਨਹੀਂ ਚਾਹੁੰਦੇ, ਉਹਨੂੰ ਉਖਾੜਨਾ ਚਾਹੁੰਦੇ ਆ। ਸੋ ਇਸ ਕਰਕੇ ਮਤਲਬ ਬੇਨਤੀ ਇਹਨਾਂ ਨੂੰ ਕਰੀਏ, ਇਹਨਾਂ ਨੂੰ ਮਤਲਬ ਜਿਹੜਾ ਸੁਝਾਅ ਕਹਿ ਲਓ, ਸੁਜੈਸ਼ਨ ਕਹਿ ਲਓ, ਠੀਕ ਹੈ, ਇਹ ਹੱਥ ਜੋੜ ਕੇ ਆ ਕਿ ਇਹ ਡਿਲੀਵਰ ਵਧੀਆ ਕਰਨ, ਇਹ ਬਹੁਤ ਸੋਚ ਸਮਝ ਕੇ ਕਰਨ। ਸਟੇਜ ਵਾਲੀਆਂ ਗੱਲਾਂ ਜਿਹੜੀਆਂ ਉਹਨਾਂ ਦਾ ਸਮਾਂ ਨਹੀਂ ਹੈਗਾ। ਹੁਣ ਅਸੀਂ ਜ਼ਿੰਮੇਵਾਰੀ ਤੇ ਆਏ ਹੋਏ ਹਾਂ ਤੇ ਜ਼ਿੰਮੇਵਾਰੀਆਂ ਨਿਭਾਇਆਂ ਹੀ ਗੱਲ ਬਣਦੀ ਹੈ। ਸੋ ਇਸ ਕਰਕੇ ਇਹਦੇ ਵਿੱਚ ਜਿੱਥੇ ਕਿਤੇ ਵੀ ਕਮੀ ਹੈ ਤਾਂ ਉਹ ਜ਼ਰੂਰ ਉਹਦੇ ਤੇ ਗੌਰ ਫਰਮਾਉਣ। ਧੰਨਵਾਦ ਜੀ ਸਮਾਂ ਦੇਣ ਦੇ ਲਈ। ਬਿਲਕੁਲ ਸੰਗਤ ਜੀ, ਹਰ ਪਹਿਲੂ ਦੇ ਉੱਤੇ ਗੱਲਬਾਤ ਕਰਨ ਦਾ ਯਤਨ ਕੀਤਾ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਆਪਣੀਆਂ ਗੱਲਾਂ ਨੂੰ ਰੱਖਿਆ।
ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਕਿ ਬਦਲਦੀ ਹੋਈ ਪੋਲਿਟਿਕਸ ਦੇ ਵਿੱਚ ਤੇ ਗੱਲ ਚੇਤਨਤਾ ਦੀ ਚੱਲੀ ਹੈ। ਚੇਤਨਤਾ ਦੀ ਜਿਹੜੀ ਗੱਲ ਚੱਲੀ ਹੈ, ਜਿਵੇਂ ਇਹਨਾਂ ਨੇ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਕਈ ਲੋਕ, ਕੋਈ ਛੋਟੀਆਂ ਜਥੇਬੰਦੀਆਂ, ਕੋਈ ਵੱਡੀਆਂ ਜਥੇਬੰਦੀਆਂ, ਕੋਈ ਇਕੱਲਾ ਵਿਅਕਤੀ, ਕੋਈ ਸਮਾਜ ਸੇਵੀ ਵੀਰ, ਉਹ ਜਿਹੜਾ ਆਪਣੇ ਆਪਣੇ ਤੌਰ ਤੇ ਲੜਾਈ ਲੜ ਰਹੇ ਨੇ, ਸਿਸਟਮ ਨੂੰ ਸੁਧਾਰਨ ਦਾ ਯਤਨ ਕਰ ਰਹੇ ਨੇ। ਉਹੀ ਚੇਤਨਤਾ ਹੈ। ਉਹ ਚੇਤਨਤਾ ਦੇ ਕਾਰਨ ਹੀ ਜਿਹੜਾ ਆਪਾਂ ਪਿਛਲੇ ਸਮੇਂ ਦੇ ਵਿੱਚ ਗੱਲ ਕਰ ਲਈਏ, ਜਿਹੜਾ ਅੰਦੋਲਨ ਚੱਲਦਾ ਹੈ, ਜਾਂ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਮੋਰਚੇ ਚੱਲਦੇ ਨੇ, ਤੇ ਜਾਂ ਹੁਣ ਜਿਵੇਂ ਮਾਲਵੇ ਦੀ ਗੱਲ ਕੀਤੀ ਹੈ, ਮਾਲਵੇ ਦੇ ਵਿੱਚ ਨਸ਼ੇ ਨੂੰ ਲੈ ਕੇ ਬੜੀ ਵੱਡੀ ਲੜਾਈ ਲੋਕਾਂ ਦੇ ਵੱਲੋਂ ਵਿੱਢੀ ਗਈ ਹੈ। ਇਹ ਸਾਰਾ ਕੁਝ ਉਹਦੇ ਵਿੱਚੋਂ ਜਨਮ ਲੈਂਦਾ ਹੈ। ਤੇ ਦੂਜੀ ਗੱਲ ਚੱਲੀ ਸੀਗੀ, ਜਿਵੇਂ ਇਹਨਾਂ ਨੇ ਕਿਹਾ ਕਿ ਦਬਕੇ ਮਾਰ ਕੇ ਅਧਿਕਾਰੀਆਂ ਨੂੰ, ਵੀ ਜਦੋਂ ਜਿਹੜੀਆਂ ਚੀਜ਼ਾਂ ਤੋਂ ਲੋਕ ਔਖੇ ਨੇ ਉਹਨਾਂ ਉੱਤੇ ਤਾਂ ਸਰਕਾਰ ਦਾ ਬਣਦਾ ਆ ਵੀ ਕੋਈ ਸੋਚਿਆ ਜਾਵੇ, ਕੁਝ ਕੀਤਾ ਜਾਵੇ। ਜਦੋਂ ਪਟਵਾਰੀ ਕਲਮ ਛੋੜ ਜਿਹੜੀ ਹੜਤਾਲ ਆ ਉਹ ਕਰ ਲੈਂਦੇ, ਉਸ ਤੋਂ ਬਾਅਦ ਤਾਂ ਜਿਹੜਾ ਹੈਗਾ, ਜਿਹੜੀ ਗੱਲ ਜਿਵੇਂ ਇਹਨਾਂ ਨੇ ਵੀ ਕਹੀ ਹੈ ਕਿ ਜਿਹੜਾ ਦਬਕਾ ਸੀਗਾ ਉਹ ਜਾਇਜ਼ ਸੀਗਾ, ਪਰ ਲੋਕਾਂ ਨੂੰ ਆਪਣੀਆਂ ਮੰਗਾਂ ਦੇ ਪ੍ਰਤੀ, ਆਪਣੀਆਂ ਲੜਾਈਆਂ ਦੇ ਪ੍ਰਤੀ ਇਸ ਤਰੀਕੇ ਦੇ ਨਾਲ ਅੱਜ ਪਟਵਾਰੀਆਂ ਦੀ ਵਾਰੀ ਹੈ, ਕੱਲ ਨੂੰ ਕੋਈ ਹੋਰ ਵਿਅਕਤੀ ਨੂੰ ਵੀ ਆਪਣੀਆਂ ਮੰਗਾਂ ਦੀ ਖਾਤਰ ਧਰਨੇ, ਮੋਰਚੇ, ਪ੍ਰਦਰਸ਼ਨ ਕਰਨੇ ਪੈ ਸਕਦੇ ਆ। ਜੇ ਆਪਾਂ ਗੱਲ ਕਰ ਲਈਏ, ਇਹ ਸਾਡਾ ਰਾਈਟ ਆ, ਜਿਵੇਂ ਸੰਵਿਧਾਨ ਸਾਨੂੰ ਇਹ ਰਾਈਟ ਦਿੰਦਾ ਹੈ ਕਿ ਅਸੀਂ ਆਪਣੀ ਕਿਸੇ ਵੀ ਗੱਲ ਨੂੰ ਲੈ ਕੇ ਧਰਨਾ, ਮੁਜ਼ਾਹਰਾ, ਪ੍ਰਦਰਸ਼ਨ ਕਰ ਸਕਦੇ ਹਾਂ। ਇਹ ਉਸ ਨੂੰ ਵੀ, ਸਾਡੇ ਅਧਿਕਾਰ ਨੂੰ ਖੋਹਣ ਦੀ ਕੋਸ਼ਿਸ਼ ਵੀ ਲੱਗ ਰਹੀ ਹੈ। ਜਿਵੇਂ ਮੈਂ ਕਿਹਾ ਸੀ ਕਿ ਇਹ ਤਾਂ ਨਹੀਂ ਕਿ ਆਪਣੀ ਗਰੰਟੀ ਪੂਰੀ ਕਰ ਰਹੇ ਹੋ, ਪਰ ਗਰੰਟੀ ਇਹ ਨਹੀਂ ਸੀ ਕਿ ਅਸੀਂ ਇਸ ਤਰੀਕੇ ਦੇ ਨਾਲ ਦਬਕੇ ਮਾਰ ਕੇ ਧਰਨੇ, ਮੋਰਚੇ ਨਹੀਂ ਲੱਗਣ ਦੇਵਾਂਗੇ। ਗਰੰਟੀ ਇਹ ਸੀ ਕਿ ਪੰਜਾਬ ਦੇ ਲੋਕਾਂ ਨੂੰ ਹਰ ਉਹ ਚੀਜ਼ ਅਸੀਂ ਮੁਹੱਈਆ ਕਰਵਾ ਦੇਣੀ ਹੈ ਜਿਹਦੇ ਖਾਤਰ ਲੋਕ ਧਰਨੇ, ਮੁਜ਼ਾਹਰੇ, ਮੋਰਚੇ ਲਗਾ ਰਹੇ ਨੇ। ਪਰ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਧਰਨਿਆਂ, ਮੋਰਚਿਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ। ਗੱਲ ਫਿਰ ਚੇਤਨਤਾ ਦੀ ਆ ਗਈ। ਚੇਤਨਤਾ ਵਧਣ ਦੇ ਕਰਕੇ ਧਰਨੇ, ਮੋਰਚੇ ਵਧੇ ਨੇ। ਜੇ ਇੱਕ ਗੱਲ ਮੈਂ ਵੀ ਵਿੱਚ ਐਡ ਕਰ ਦੇਵਾਂ ਕਿ ਜਿਹੜੀ ਆਸ ਹੁੰਦੀ ਹੈ, ਜਾਂ ਆਪਾਂ ਆਸਾ ਕਹਿ ਲਈਏ ਜਾਂ ਆਸ ਕਹਿ ਲਈਏ, ਉਹਦਾ ਨਿਰਾਸ਼ਤਾ ਦੇ ਨਾਲ ਗੂੜਾ ਰਿਸ਼ਤਾ ਹੁੰਦਾ। ਜਿੰਨੀ ਕਿਸੇ ਤੋਂ ਆਸ ਜ਼ਿਆਦਾ ਹੁੰਦੀ ਹੈ, ਜਦੋਂ ਉਹ ਚੀਜ਼ ਸਿਰੇ ਨਹੀਂ ਚੜ੍ਹਦੀ ਤਾਂ ਫਿਰ ਨਿਰਾਸ਼ਤਾ ਉਸ ਤੋਂ ਦੁੱਗਣੀ ਹੋ ਕੇ ਮਿਲਦੀ ਹੈ। ਇਹ ਵੀ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਇਹ ਵੀ ਗੱਲ ਨੂੰ ਮਹਿਸੂਸ ਕਰ ਰਹੇ ਨੇ। ਸੰਗਤ ਜੀ, ਵਿਚਾਰ ਜ਼ਰੂਰ ਸਾਂਝੇ ਕਰਿਓ ਕਮੈਂਟਾਂ ਦੇ ਵਿੱਚ। ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਅਸੀਂ ਦੇਖਦੇ ਹਾਂ ਸੰਗਤ, ਜਿਹੜੀ ਸੁਹਿਰਦ ਸੰਗਤ ਆ, ਉਹ ਜ਼ਰੂਰ ਇਹਨਾਂ ਚੀਜ਼ਾਂ ਨੂੰ ਸ਼ੇਅਰ ਵੀ ਕਰਦੀ ਹੈ, ਪਰ ਬਹੁਤ ਜ਼ਿਆਦਾ, ਖੈਰ ਸਾਡੇ ਚੈਨਲ ਨਾਲ ਜਿੰਨੀ ਸੰਗਤ ਜੁੜੀ ਹੈ, ਸਾਰੇ ਸੁਹਿਰਦ ਹੀ ਜੁੜੇ ਨੇ, ਕਿਉਂਕਿ ਅਸੀਂ ਉਹ ਗੱਲਬਾਤ ਰੱਖਦੇ ਹਾਂ ਜਿਹੜੀ ਸਮੇਂ ਦੀ ਲੋੜ ਹੁੰਦੀ ਹੈ। ਅਸੀਂ ਕਦੇ ਕਿਸੇ ਕਬਾੜੀਏ ਦੇ ਜਹਾਜ਼ ਦਿਖਾਉਣ ਦੇ ਲਈ ਨਹੀਂ ਜਾਂਦੇ। ਅਸੀਂ ਕਦੇ ਕਿਸੇ ਵੀ ਗਲੀ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਵਿਖਾਉਣ ਲਈ ਨਹੀਂ ਜਾਂਦੇ। ਅਸੀਂ ਕਦੇ ਵੀ ਸਮਾਜ ਦੇ ਵਿੱਚ ਕੋਈ ਵੀ ਵਿਅਕਤੀ ਗਲਤ ਤਰੀਕੇ ਦੇ ਨਾਲ ਕਿਸੇ ਵੀ ਚੀਜ਼ ਨੂੰ ਪੇਸ਼ ਕਰਦਾ ਤੇ ਉਹਦੀ ਇੰਟਰਵਿਊ ਕਰਨ ਦੇ ਲਈ ਨਹੀਂ ਜਾਂਦੇ। ਸਾਡੀ ਕੋਸ਼ਿਸ਼ ਰਹਿੰਦੀ ਹੈ ਸੁਹਿਰਦ ਲੋਕਾਂ ਦੇ ਨਾਲ, ਸੁਹਿਰਦ ਮੁੱਦਿਆਂ ਦੇ ਉੱਤੇ ਗੱਲਬਾਤ ਕਰੀਏ। ਤੁਸੀਂ ਸਾਰੇ ਜਣੇ ਇਸ ਪ੍ਰੋਗਰਾਮ ਨੂੰ ਆਪਣਾ ਫਰਜ਼ ਸਮਝਦੇ ਹੋਏ ਸ਼ੇਅਰ ਜ਼ਰੂਰ ਕਰਨਾ। ਮੈਨੂੰ ਦਿਓ ਇਜਾਜ਼ਤ, ਜਲਦ ਹੋਰ ਕਿਸੇ ਮੁੱਦੇ ਦੇ ਉੱਤੇ, ਕਿਸੇ ਸ਼ਖਸੀਅਤ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।